ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ। ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੈਠਿਓ ਬੰਦਨ ਕਰ ਨਿਕਟ ਪੇਖੋ ਸ਼੍ਰੀ ਅਰਜਨ ਨਾਥ
कृपा बिलोचन पर रहे, कहयो विप्र के साथ। बैठ्यो बंदन कर निकट, पेखो श्री अर्जन नाथ। कृपा बिलोचन पर रहे, कहयो विप्र के साथ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦੇ ਸਦਕਾ ਆਪ ਜੀ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਦਇਆ ਨਿਧ ਗੁਰੂ ਗਰੀਬ ਨਿਵਾਜ, ਸ਼ਬਦ ਅਵਤਾਰ ਕਰੁਣਾ ਨਿਦਾਨ। ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਵਡਿਆਈ ਆਪ ਮਾਈ ਭਾਈ ਸੰਗਤਾਂ ਬਹੁਤ ਲੰਮੇਰੇ ਸਮੇਂ ਤੋਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਭਰ ਕੇ ਸ਼ਰਵਣ ਕਰਦੇ ਹੋ, ਆਨੰਦ ਮਾਣਦੇ ਹੋ, ਸਵਾਸਾਂ ਨੂੰ ਆਪਣੇ ਸਮੇਂ ਨੂੰ ਸਫਲਿਆਂ ਬਣਾਉਂਦੇ ਹੋ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਗੁਰਸਿੱਖਾਂ ਗੁਰਮੁਖਾਂ ਭਗਤਾਂ ਪ੍ਰੇਮੀਆਂ ਦੀ ਕਥਾ ਆਰੰਭ ਹੋਈ ਹੈ, ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦਰ ਘਰ ਅੰਮ੍ਰਿਤਸਰ ਸਾਹਿਬ ਵਿੱਚ ਸਰੋਵਰਾਂ ਦੀ ਸੇਵਾ ਕੀਤੀ। ਚਾਹੇ ਉਹ ਸਿੱਖ ਵੱਖੋ ਵੱਖਰੇ ਸਮੇਂ ਹੋਏ ਹੈ, ਕਵੀ ਜੀਆਂ ਸਾਰਿਆਂ ਦਾ ਪ੍ਰਸੰਗ ਜਿਹੜਾ ਹੈ ਨਾ ਇਕੱਤਰ ਇੱਕੋ ਲੜੀ ਵਿੱਚ ਪੁਰਾਤਨ ਗੁਰਸਿੱਖਾਂ ਦੇ ਪ੍ਰਸੰਗ ਦੇ ਨਾਮ ਹੇਠ ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਮੰਝ ਜੀ, ਭਾਈ ਬਹੋੜਾ ਜੀ, ਭਾਈ ਬਹਿਲੋਂ ਜੀ, ਭਾਈ ਬੁੱਧੂ ਜੀ, ਭਾਈ ਲੱਖੂ ਜੀ ਤੇ ਹੁਣ ਭਾਈ ਗੰਗਾ ਰਾਮ ਜੀ ਬ੍ਰਾਹਮਣ, ਤਿੰਨਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਤੇ ਇਹ ਪ੍ਰਸੰਗ ਸੁਣ ਕੇ ਸਮਝ ਲੱਗਦੀ ਹੈ ਵੀ ਜਿਨ੍ਹਾਂ ਜਿਨ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੇ ਘਰ ਵਿੱਚ ਸੇਵਾ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਦੇ ਵਰਗੇ ਬਣਾ ਲਏ। ਗੁਰੂ ਕੀ ਸੇਵਾ ਤੋਂ ਵੱਡੇ ਵੱਡੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਪੈਦਾ ਹੋਏ, ਭਾਈ ਭਗਤੂ ਜੀ ਵਰਗੇ, ਭਾਈ ਮੰਝ ਜੀ ਵਰਗੇ, ਔਰ ਬੇਅੰਤ ਮਾਈ ਭਾਈ ਸਿੱਖ ਸੰਗਤਾਂ ਜਿਨ੍ਹਾਂ ਨੇ ਪ੍ਰੇਮ ਧਾਰ ਕੇ ਗੁਰੂ ਕੀ ਸੇਵਾ ਕੀਤੀ ਤੇ ਉਹਨਾਂ ਦੀ ਕਥਾ ਅਮਰ ਹੈ। ਆਪਾਂ ਉਹਨਾਂ ਸਿੱਖਾਂ ਨੂੰ ਅੱਜ ਕਿੰਨੇ ਸਾਲਾਂ ਬਾਅਦ ਫੇਰ ਬਹਿ ਕੇ ਯਾਦ ਕਰਦੇ ਪਏ ਹਾਂ। ਫਿਰ ਇਕੱਲੇ ਆਪਾਂ ਹੀ ਨਹੀਂ, ਸਾਰਾ ਸਿੱਖ ਜਗਤ ਉਹਨਾਂ ਨੂੰ ਯਾਦ ਕਰਦਾ ਹੈ। ਜਿੱਥੇ ਜਿੱਥੇ ਇਤਿਹਾਸ ਦੀ ਕਥਾ ਚੱਲਦੀ ਹੈ ਉੱਥੇ ਉੱਥੇ ਭਾਈ ਮੰਝ ਜੀ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਸੇਵਕ ਭਗਤਾਂ ਪ੍ਰੇਮੀਆਂ ਦੇ ਨਾਂ 'ਤੇ ਬੜੇ ਵੱਡੇ ਵੱਡੇ ਗੁਰੂ ਘਰ ਸੁਭਾਏਮਾਨ ਹਨ, ਵੱਡੇ ਵੱਡੇ ਸਥਾਨ ਬਣੇ ਹੋਏ ਹੈ, ਵੱਡੀਆਂ ਵੱਡੀਆਂ ਜਗ੍ਹਾ ਸਥਾਨ ਸੁਸਾਇਟੀਆਂ ਕਮੇਟੀਆਂ ਕਿੰਨਾ ਕੁਝ ਉਹਨਾਂ ਦੇ ਨਾਮ 'ਤੇ, ਭਾਈ ਮੰਝ ਜੀ ਦੇ ਨਾਮ 'ਤੇ, ਭਾਈ ਭਗਤੂ ਜੀ ਦੇ, ਹੋਰ ਸਿੱਖਾਂ ਦੇ ਨਾਮ 'ਤੇ, ਭਾਈ ਬਹਿਲੋ ਜੀ ਦੇ ਨਾਮ 'ਤੇ ਸ਼ਬੀਲਾਂ ਦੇ ਨਾਂ ਰੱਖੇ ਹੋਏ ਹਨ।
ਇਹ ਉਹਨਾਂ ਗੁਰਸਿੱਖਾਂ ਗੁਰਮੁਖਾਂ ਦੀਆਂ ਕਥਾਵਾਂ ਆਪਾਂ ਸੁਣ ਰਹੇ ਹਾਂ। ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ। ਇਹ ਸਾਡੇ ਵੱਡਿਆਂ ਵਡੇਰਿਆਂ ਦੀ ਘਾਲਣਾ ਕਮਾਈ ਦੀ ਕਹਾਣੀ ਹੈ। ਸਾਡੇ ਵੱਡਿਆਂ ਬਜ਼ੁਰਗਾਂ ਪੁਰਖਿਆਂ ਦੀ ਸੇਵਾ ਦੇ ਪ੍ਰਸੰਗ ਹੈ। ਤੇ ਜਿਹੜੇ ਸਾਧ ਸੰਗਤ ਜੀ ਸਿਆਣੇ ਧੀਆਂ ਪੁੱਤਰ ਹੁੰਦੇ ਆ, ਆਪਣੇ ਵੱਡਿਆਂ ਬਜ਼ੁਰਗਾਂ ਦੀਆਂ ਮਾਰੀਆਂ ਮੱਲਾਂ ਤੇ ਉਹਨਾਂ ਦੇ ਕੀਤੀਆਂ ਕਮਾਈਆਂ ਤੇ ਮਾਣ ਕਰਦੇ ਹਨ ਤੇ ਆਸ ਰੱਖਦੇ ਮਨ ਵਿੱਚ ਵੀ ਅਸੀਂ ਵੀ ਇਹਨਾਂ ਦੇ ਪਾਏ ਪੂਰਨਿਆਂ ਤੇ ਤੁਰੀਏ। ਇਹ ਪਿਛਲੇ ਸਾਰੇ ਪ੍ਰਸੰਗ ਸੁਣਨ ਦਾ ਮੁੱਖ ਸਾਧ ਸੰਗਤ ਮਕਸਦ ਸਾਡੇ ਹਿਰਦੇ ਵਿੱਚ ਇਹੀ ਹੋਣਾ ਚਾਹੀਦਾ। ਅਸੀਂ ਵੀ ਉਹਨਾਂ ਗੁਰਸਿੱਖਾਂ ਗੁਰਮੁਖਾਂ ਭਗਤਾਂ ਦੇ ਪਾਏ ਪੂਰਨਿਆਂ ਤੇ ਚੱਲੀਏ। ਆਪਾਂ ਦਿਜ ਗੰਗਾ ਰਾਮ ਜੀ ਦਾ ਪ੍ਰਸੰਗ ਕੱਲ੍ਹ ਸੁਣਿਆ ਵੀ ਹੈ ਤਾਂ ਇਹ ਵਪਾਰੀ ਸੀ ਇੱਕ, ਤੇ ਉਸ ਤਰ੍ਹਾਂ ਸਾਧ ਸੰਗਤ ਜੀ ਪ੍ਰੋਤ ਪੁਣੇ ਦਾ ਕਾਰਜ ਵੀ ਕਰਦਾ ਸੀ। ਉੱਧਰ ਬਠਿੰਡੇ ਨਗਰ ਦਾ ਸੀ, ਸ਼ਹਿਰ ਦਾ। ਤੇ ਉਹ ਫਿਰ ਜਿਹੜਾ ਬਾਜਰਾ ਆਦਿਕ ਇਕੱਠਾ ਹੋ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਜਾਂ ਇਸ ਤੋਂ ਬਾਅਦ ਵਿੱਚ, ਉਹ ਸਾਰਾ ਜਿਹੜਾ ਬਾਜਰਾ ਹੁੰਦਾ ਹੈ ਲੱਦ ਕੇ ਵੇਚਣ ਤੁਰਦਾ ਜਾਂਦਾ ਤੇ ਪੁੱਛਦਾ ਪੁਛਾਉਂਦਾ ਇੱਧਰ ਮਾਝੇ ਨੂੰ ਆਇਆ। ਤੇ ਹਰੇਕ ਵਪਾਰੀ ਦੇ ਮਨ ਵਿੱਚ ਇਹ ਹੁੰਦੀ ਇੱਛਾ ਵੀ ਥੋੜ੍ਹਾ ਥੋੜ੍ਹਾ ਵੇਚਾਂਗੇ, ਵੀ ਇਕੱਠਾ ਵੇਚ ਜਾਵੇ, ਥੋੜ੍ਹਾ ਸੌਖਾ ਹੋ ਜਾਵੇਗਾ, ਵੀ ਥਾਂ ਥਾਂ ਜਾਣਾ ਔਖਾ ਹੈ, ਮਾਇਆ ਟੁੱਟਵੀਂ ਮਿਲੇਗੀ, ਘੱਟ ਰੇਟ 'ਤੇ ਮਿਲ ਜਾਵੇ, ਚਲੋ ਇਕੱਠਾ ਵਿਕ ਜਾਵੇ ਸਾਰਾ। ਤੇ ਵਪਾਰੀ ਹੈ ਦਿਜ ਗੰਗਾ ਰਾਮ ਬ੍ਰਾਹਮਣ ਜੀ, ਚੱਲਦੇ ਚਲਾਉਂਦੇ ਮਾਝੇ ਵਿੱਚ ਕਿਸੇ ਸਿੱਖਾਂ ਦੇ ਘਰਾਂ 'ਚੋਂ ਪਿੰਡਾਂ 'ਚੋਂ ਪੁੱਛਿਆ ਵੀ ਇਹ ਮੇਰੇ ਕੋਲ ਬਹੁਤ ਬਾਜਰਾ ਹੈ, ਬੜਾ ਅੰਨ ਪਦਾਰਥ ਹੈ, ਵੀ ਇੱਕੋ ਥਾਂ 'ਤੇ ਜੇ ਮੇਰਾ ਵਿਕ ਜਾਵੇ ਤਾਂ ਚੰਗਾ ਹੋਵੇਗਾ, ਇੱਥੇ ਕੋਈ ਇਹੋ ਜਿਹੀ ਥਾਂ ਹੈ? ਸੰਗਤਾਂ ਸਿੱਖਾਂ ਨੇ ਦੱਸਿਆ ਵੀ ਅੰਮ੍ਰਿਤਸਰ ਚਲਾ ਜਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਦੀ ਸੇਵਾ ਕਰਵਾ ਰਹੇ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉੱਥੇ ਸੇਵਾ ਕਰਦੀਆਂ, ਹਜ਼ਾਰਾਂ ਹੀ ਮਜ਼ਦੂਰ ਉੱਥੇ ਹੀ ਰਹਿੰਦੇ, ਉੱਥੋਂ ਹੀ ਛਕਦੇ ਛਕਾਉਂਦੇ ਹੈ। ਤੇ ਉੱਥੇ ਬੜਾ ਅੰਨ ਪ੍ਰਸ਼ਾਦਾ ਪੱਕਦਾ, ਲੱਗਦਾ ਲਾਗਤ ਬਹੁਤ ਹੈ। ਉੱਥੇ ਚਲਾ ਜਾ, ਮਹਾਰਾਜ ਦੇ ਘਰ ਤੇਰਾ ਸਾਰਾ ਹੀ ਵਿਕ ਜਾਵੇਗਾ। ਚੱਲਦਾ ਚਲਾਉਂਦਾ ਅੰਮ੍ਰਿਤਸਰ ਸਾਹਿਬ ਪਹੁੰਚਿਆ, ਤੰਬੂ ਲਾ ਲਏ ਜਿਵੇਂ ਪਹਿਲੇ ਸਮੇਂ 'ਚ ਵਪਾਰੀ ਰਹਿੰਦੇ ਸੀ। ਹੁਣ ਵੀ ਘੋੜਿਆਂ ਦੀਆਂ ਮੰਡੀਆਂ 'ਤੇ ਲੋਕ ਜਿਹੜੇ ਘੋੜੇ ਲੈ ਕੇ ਆਉਂਦੇ ਦੂਰੋਂ ਨੇੜਿਓਂ, ਉਹ ਤੰਬੂ ਲਾ ਕੇ ਰਹਿ ਲੈਂਦੇ ਜਿੰਨਾ ਸਮਾਂ ਵਿਕਦਾ ਨਹੀਂ ਉਹਨਾਂ ਦਾ ਮਾਲ। ਤੰਬੂ ਲਾ ਲਿਆ ਅੰਮ੍ਰਿਤਸਰ ਸਾਹਿਬ ਆ ਕੇ ਗੰਗਾ ਰਾਮ ਨੇ। ਇੱਥੇ ਆ ਕੇ ਸੰਗਤਾਂ ਦੀ ਰੌਣਕ ਵੇਖਦਾ ਹੈ, ਹਰੇਕ ਦੇ ਹੱਥ ਵਿੱਚ ਕੋਈ ਨਾ ਕੋਈ ਵਸਤੂ ਹੈ। ਕਿੱਧਰ ਚੱਲੇ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਚੱਲੇ ਹਾਂ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਕਿੱਥੋਂ ਆਏ ਜੀ? ਅਸੀਂ ਜੀ ਕਾਬਲ ਤੋਂ ਆਏ ਹਾਂ, ਅਸੀਂ ਜੀ ਕੰਧਾਰ ਤੋਂ ਆਏ, ਅਸੀਂ ਜੀ ਪਹਾੜ ਦੇਸ਼ਾਂ ਤੋਂ ਆਏ ਹਾਂ। ਕੋਈ ਦੱਖਣ ਤੋਂ ਆਇਆ, ਪੱਛਮ ਤੋਂ, ਸਾਰੇ ਸੰਸਾਰ ਤੋਂ, ਚਾਰੇ ਦਿਸ਼ਾਵਾਂ ਤੋਂ ਪ੍ਰਾਣੀ ਚੱਲ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੇ ਆ। ਤੇ ਇਹ ਗੰਗਾ ਰਾਮ ਵੇਖ ਵੇਖ ਕੇ ਬਹੁਤ ਪ੍ਰਸੰਨ ਹੁੰਦਾ ਹੈ। ਥੋੜ੍ਹਾ ਅੱਗੇ ਹੋਇਆ, ਉੱਥੇ ਸਰੋਵਰ ਦੀ ਸੇਵਾ ਚੱਲਦੀ ਹੈ। ਉਹ ਸਾਧ ਸੰਗਤ ਜੀ ਕਿਹੋ ਜਿਹਾ ਮਾਹੌਲ ਹੋਵੇਗਾ ਇਹ ਵੇਖਦਾ ਹੈ ਵੀ ਨਾਲੇ ਤਾਂ ਘਰੋਂ ਅੰਨ ਲੈ ਕੇ ਆਉਂਦੇ ਆ, ਨਾਲੇ ਮਹਾਰਾਜ ਨੂੰ ਮਾਇਆ ਭੇਟ ਕਰਦੇ ਆ, ਤੇ ਨਾਲੇ ਉੱਥੇ ਹੀ ਉਹਨਾਂ ਦੇ ਘਰ ਦੀ ਸੇਵਾ ਕਰਦੇ, ਕੰਮ ਕਰਦੇ ਆ। ਕਿੰਨੇ ਕਿੰਨੇ ਦਿਨ ਸਿੱਖ ਇੱਟਾਂ ਢੋਂਦੇ ਆ, ਕੋਈ ਗਾਰਾ ਬਣਾਉਂਦਾ, ਠੰਡ ਹੋਵੇ ਗਰਮੀ ਹੋਵੇ, ਦਿਨ ਰਾਤ ਸਿੱਖ ਸੰਗਤਾਂ ਇੱਥੇ ਸੇਵਾ ਕਰਦੀਆਂ। ਤੇ ਉੱਥੋਂ ਦਾ ਮਾਹੌਲ ਹੀ ਐਸਾ ਬਣਿਆ ਹੋਇਆ ਵੀ ਇਹ ਬ੍ਰਾਹਮਣ ਤੁਰਿਆ ਨਾ ਗਿਆ। ਤੇ ਇਹਨੇ ਵੀ ਉੱਥੇ ਵੇਖੋ, ਹੈ ਤਾਂ ਇੱਕ ਵਪਾਰੀ ਸੀ, ਪਰ ਰੰਗ ਲਾਗਤ 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 ਹੈ। ਸੱਚੇ ਪਾਤਸ਼ਾਹ ਦੇ ਸੇਵਾ ਦਾ ਰੰਗ ਲੱਗਾ, ਟੋਕਰੀ ਫੜ ਲਈ, ਕਿਉਂਕਿ ਸਿਖਾਉਂਦਾ ਕੌਣ ਹੈ? ਕੋਈ ਨਹੀਂ। ਜਿਹਦੇ ਵੱਡੇ ਭਾਗ ਹੈ ਉਹਦਾ ਮਨ ਸੱਚੇ ਪਾਤਸ਼ਾਹ ਜੀ ਪ੍ਰੇਰ ਕੇ ਆਪ ਹੀ ਸੇਵਾ ਨੂੰ ਲਾ ਦਿੰਦੇ ਹੈ। ਸਿਆਣਪ ਨਾਲ, ਆਪਦੀ ਮਰਜ਼ੀ ਨਾਲ ਕਦੇ ਸੇਵਾ ਨਹੀਂ ਹੁੰਦੀ, ਮਨ ਅੱਕ ਜਾਂਦਾ। ਥੱਕੇ ਦਾ ਇਲਾਜ ਹੈ ਸਾਧ ਸੰਗਤ ਜੀ, ਅੱਕੇ ਦਾ ਫਿਰ ਇਲਾਜ ਵੀ ਕੋਈ ਨਹੀਂ।
ਤੋ ਇਸ ਤਰ੍ਹਾਂ ਮਨ ਵਿੱਚ ਪ੍ਰੇਮ ਇੰਨਾ ਜਾਗਿਆ, ਟੋਕਰੀ ਚੁੱਕੀ, ਸੇਵਾ ਕਰਨ ਲੱਗਿਆ। ਕਈ ਦਿਨ ਸੇਵਾ ਕਰਦਾ ਰਿਹਾ। ਵਿੱਚ ਫਿਰ ਇਹ ਵੀ ਪ੍ਰਸੰਗ ਸੁਣਿਆ ਆਪਾਂ ਵੀ, ਉਸ ਦਿਨ ਮਹਾਰਾਜ ਦੇ ਘਰ ਲੰਗਰ ਨਾ ਬਣਿਆ, ਸੰਗਤਾਂ ਰਸਤ ਨਾ ਲੈ ਕੇ ਆਈਆਂ। ਕਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਹੀ ਵਰਤਾ ਰਹੇ। ਮਹਾਰਾਜ ਨੇ ਬ੍ਰਾਹਮਣ ਨੂੰ ਸਿੱਖੀ ਬਖਸ਼ਣੀ ਹੈ। ਅੱਗੇ ਆਪਾਂ ਅੱਜ ਦੇ ਪ੍ਰਸੰਗ ਵਿੱਚ ਜਿਹੜਾ ਜੀਵਨ ਸੁਣਾਂਗੇ ਵੀ ਇਹ ਗੰਗਾ ਰਾਮ ਐਡਾ ਵੱਡਾ ਬ੍ਰਹਮ ਗਿਆਨੀ ਹੋਇਆ, ਜਿਹਦੇ ਬਚਨਾਂ ਤੋਂ ਬੜੇ ਵੱਡੇ ਸਿੱਖਾਂ ਨੇ ਅਵਤਾਰ ਧਾਰੇ, ਵੱਡੇ ਮਹਾਂਪੁਰਖ ਬ੍ਰਹਮ ਗਿਆਨੀ ਹੋਏ। ਇਸ ਤਰ੍ਹਾਂ ਉਹ ਸਿੱਖਾਂ ਨੂੰ ਆ ਕੇ ਪੁੱਛਿਆ, ਕਹਿੰਦਾ ਵੀ ਚਲੋ ਸੇਵਾ ਮੈਂ ਕਰ ਦੇਣਾ ਇੱਕ ਦਿਨ ਦੀ। ਕਹਿੰਦੇ ਮਹਾਰਾਜ ਨੂੰ ਪੁੱਛ ਕੇ ਦੱਸਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਨਾ, ਇਹਦੇ ਤੋਂ ਬਾਜਰਾ ਲੈ ਲਓ ਬਾਹਮਣ ਤੋਂ, ਇਹਨੂੰ ਆਖੋ ਵਿਸਾਖੀ ਤੇ ਮਾਇਆ ਦੇਵਾਂਗੇ। ਮਹੀਨਾ ਵਿਸਾਖੀ ਵਿੱਚ ਰਹਿੰਦਾ ਹੋਊ ਕੋਈ 2, ਲੈ ਲਏ 100 ਮਣ ਬਾਜਰਾ ਬ੍ਰਾਹਮਣ ਤੋਂ ਲਿਆ, ਲੰਗਰ ਪੱਕਿਆ। ਦੂਜੇ ਦਿਨ ਫੇਰ ਕਲਾ ਮਹਾਰਾਜ ਵਰਤਾਈ, ਕੋਈ ਨਾ ਰਸਤ ਲੈ ਕੇ ਆਇਆ। 100 ਮਣ ਬਾਜਰਾ ਫੇਰ ਲਿਆ। ਤੀਜੇ ਦਿਨ ਫੇਰ, ਚੌਥੇ ਦਿਨ ਫੇਰ 500 ਮਣ ਬਾਜਰਾ ਬ੍ਰਾਹਮਣ ਤੋਂ ਉਧਾਰ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਲੈ ਲਿਆ। ਬਾਜਰਾ ਲੈ ਕੇ ਲੰਗਰ ਬਣਦਾ ਰਿਹਾ ਬੜੇ ਦਿਨ। ਇਸ ਤਰ੍ਹਾਂ ਫਿਰ ਜਾਣ ਨੂੰ ਮਨ ਹੀ ਨਹੀਂ ਕੀਤਾ। ਫਿਰ ਸੇਵਾ ਕਰਨੀ ਆਰੰਭ ਕਰ ਦਿੱਤੀ। ਬੜੇ ਦਿਨ ਸੇਵਾ ਵਿੱਚ ਲੰਘਾ ਦਿੱਤੇ ਹੈ। ਵਿਸਾਖੀ ਦਾ ਮੇਲਾ ਆਇਆ, ਬੜੀਆਂ ਸੰਗਤਾਂ ਵਿਸਾਖੀ ਦੇ ਪੁਰਬ 'ਤੇ ਜੁੜੀਆਂ, ਸੇਵਾ ਕਰਦੀਆਂ। ਮੇਲਾ ਲੰਘ ਵੀ ਗਿਆ ਹੈ। ਸਾਰੇ ਘਰੋਂ ਘਰੀ ਚਲੇ ਗਏ, ਪਰ ਇਹ ਬ੍ਰਾਹਮਣ ਨੂੰ ਘਰ ਦਾ ਚੇਤਾ ਹੀ ਨਹੀਂ ਆਇਆ, ਜਿਹੜਾ 2 ਦਿਨ ਵਾਸਤੇ ਇਕੱਲਾ ਬਾਜਰਾ ਵੇਚਣ ਆਇਆ ਸੀ। ਇਹ ਮਹਾਰਾਜ ਦਾ ਘਰ ਹੀ ਇਹੋ ਜਿਹਾ। ਇੰਨਾ ਮਨ ਲੱਗਾ ਸੇਵਾ ਨੂੰ, ਘਰੇ ਜਾਣ ਨੂੰ ਜੀ ਨਹੀਂ ਕੀਤਾ, ਮੁੜਿਆ ਹੀ ਨਹੀਂ। ਇੱਥੇ ਸਮਾਂ ਬਤੀਤ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਰਜਾਮੀ ਪਾਤਸ਼ਾਹ ਜੀਆਂ ਸਿੱਖ ਦੇ ਹੱਥ ਸੁਨੇਹਾ ਭੇਜਿਆ ਵੀ ਜਾਓ ਬ੍ਰਾਹਮਣ ਨੂੰ ਬੁਲਾ ਕੇ ਲਿਆਓ ਜੀ ਤੋਂ ਬਾਜਰਾ ਲਿਆ ਹੈ। ਬ੍ਰਾਹਮਣ ਜੀ ਨੂੰ ਸੱਦਿਆ, ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਆ ਕੇ ਨੇ ਮੱਥਾ ਟੇਕਿਆ। ਇਹ ਕਥਾ ਆਪਾਂ ਕੱਲ੍ਹ ਸੁਣੀ ਹੈ। ਅੱਗੇ ਸਾਧ ਸੰਗਤ ਜੀ ਫਿਰ ਮਹਾਰਾਜ ਦੇ ਪਾਸੋਂ ਮਾਇਆ ਲਈ ਕਿ ਨਹੀਂ ਲਈ, ਇਹ ਪ੍ਰਸੰਗ ਆਵੇਗਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਵੇਂ ਇਹਦੇ 'ਤੇ ਵਰਦਾਨਾਂ ਦੀ ਝੜੀ ਲਾਈ। ਸੱਚੇ ਪਾਤਸ਼ਾਹ ਜੀ ਕਿੱਡੀਆਂ ਕਿੱਡੀਆਂ ਦਾਤਾਂ ਇਹ ਬ੍ਰਾਹਮਣ ਨੂੰ ਬਖਸ਼ੀਆਂ, ਅਤੇ ਇਹ ਬ੍ਰਾਹਮਣ ਦੇ ਨਾਲ ਇਹਦੀ ਸੰਗਤ ਕਰਕੇ ਅੱਗੇ ਕਿੰਨੇ ਮਾਲਵੇ ਦੇ ਲੋਕ ਤਰੇ, ਉਹ ਪ੍ਰਸੰਗ ਅੱਗੇ ਆਉਂਦਾ, ਆਪਾਂ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰਾਂ ਨੂੰ ਰਿਦੇ ਵਸਾਈਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠਿਓ ਬੰਦਨ ਕਰ ਨਿਕਟ। ਜਦੋਂ ਮਹਾਰਾਜ ਨੇ ਕੋਲ ਬੁਲਾਇਆ, ਗੰਗਾ ਰਾਮ ਜੀ ਬ੍ਰਾਹਮਣ ਆਏ, ਸੱਚੇ ਪਾਤਸ਼ਾਹ ਜੀਆਂ ਦੇ ਪਾਸ ਪਹੁੰਚ ਕੇ ਗਰੀਬ ਨਵਾਜ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ, ਮੱਥਾ ਟੇਕਿਆ, ਸਤਿਗੁਰਾਂ ਦੇ ਚਰਨਾਂ ਪਾਸ ਬੈਠ ਗਿਆ ਹੈ। ਵੇਖ ਸ਼੍ਰੀ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕੀਤੇ ਨੇ। ਕਿਰਪਾ ਬਿਲੋਚਨ ਭਰ ਰਹੇ। ਗਰੀਬ ਨਵਾਜ ਦੇ ਨੇਤਰਾਂ ਦੇ ਵਿੱਚ ਮਿਹਰ ਦੀ ਦ੍ਰਿਸ਼ਟੀ ਭਰ ਰਹੀ ਹੈ। ਗਰੀਬ ਨਵਾਜ ਸਤਿਗੁਰਾਂ ਦੇ ਜਿਹੜੇ ਨੇਤਰ ਹੈ, ਮਿਹਰਾਮਤਾਂ ਦੇ ਨਾਲ ਲਬਾ ਲਬ ਭਰੇ ਹੋਏ ਹਨ। ਕਹਿਓ ਵਿਪਰ ਕੇ ਸਾਥ। ਤੇ ਇਸੇ ਮਿਹਰ ਦੀ ਦ੍ਰਿਸ਼ਟੀ ਮਾਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਆਂ ਨੇ ਇਸ ਬ੍ਰਾਹਮਣ ਦੇ ਤਾਈਂ ਇਉਂ ਆਖਿਆ ਹੈ। ਚਾਉ ਪਈ ਦਿਜ ਜੂ ਮੂਲ ਅੰਨ ਕੋ ਲੀਜੈ। ਮਹਾਰਾਜ ਕਹਿੰਦੇ ਹੈ ਬ੍ਰਾਹਮਣ ਜੀ, ਜਿਹੜਾ ਤੇਥੋਂ ਅਸਾਂ ਅੰਨ ਲਿਆ ਨਾ ਸਿੱਖਾਂ ਨੇ 500 ਮਣ, ਉਹ 500 ਮਣ ਅੰਨ ਦੀ ਦੱਸ ਕੀ ਭਾਅ ਕਿੰਨੀ ਮਾਇਆ ਬਣਦੀ। ਸਾਥੋਂ ਸਾਰਾ ਮੁੱਲ ਲੈ ਲੈ, ਮਾਇਆ ਲੈਣੀ ਕਰ। ਪੁਰਹਾ ਕਾਮਨਾ ਸਦਨ ਸਧੀਜੈ। ਤੇ ਆਪਦੀਆਂ ਮਨ ਦੀਆਂ ਰੀਝਾਂ ਪੂਰੀਆਂ ਕਰ, ਕਿਉਂਕਿ ਫਸਲ ਤੇ ਸਭ ਦੇ ਮਨ ਦੀਆਂ ਰੀਝਾਂ ਹੁੰਦੀਆਂ। ਤੂੰ ਵੀ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਤੇ ਇੱਥੋਂ ਮਾਇਆ ਲੈ ਕੇ ਆਪਣੇ ਘਰ ਨੂੰ ਚਲਿਆ ਜਾ। ਥੁਰਿਓ ਤੋ ਜਬ ਤੁਮਨੇ ਦਇਓ। ਕਿਉਂਕਿ ਜਦੋਂ ਇੱਥੇ ਅੰਨ ਦੀ ਥੋੜ ਪਈ ਸੀ, ਥੁੜ ਗਿਆ ਸੀ ਅੰਨ, ਇੱਥੇ
ਅਨਾਜ ਨਾ ਆਇਆ ਤੇ ਫਿਰ ਤੇਰੇ ਪਾਸੋਂ ਅਸੀਂ ਅਨਾਜ ਲੈ ਲਿਆ ਸੀ। ਸਤ ਸੰਗਤ ਸਭ ਅਚਵਨ ਕਯੋ। ਤੇ ਸਾਰੀ ਸੰਗਤ ਨੇ ਰੱਜ ਰੱਜ ਕੇ ਫਿਰ ਪ੍ਰਸ਼ਾਦਾ ਭੋਜਨ ਛਕਿਆ ਸੀ। ਲੇਹੋ ਮੋਲ ਤੇ ਦਰਬ ਸਵਾਇਓ। ਇਸ ਕਰਕੇ ਫਿਰ ਤੂੰ ਸਮੇਂ ਤੇ ਸਾਡਾ ਕੰਮ ਸਾਰਿਆ, ਇਸ ਲਈ ਅਸੀਂ ਤੈਨੂੰ ਸਵਾ ਗੁਣਾ ਦੇਵਾਂਗੇ। ਭਾਵ ਜਿੰਨਾ ਤੇਰਾ ਮਾਇਆ ਬਣਦੀ ਹੈ ਨਾ, ਉਦੋਂ ਸਵਾਇਆ ਰੇਟ ਤੈਨੂੰ ਸਵਾਇਆ ਭਾਅ ਦੇਵਾਂਗੇ, ਵਧੇਕ ਦੇਵਾਂਗੇ। ਜਿਸ ਤੇ ਦੂਰ ਦੇਸ਼ ਤੇ ਲਿਆਇਓ। ਇੱਕ ਇਹ ਹੈ ਵੀ, ਤੇ ਦੂਜੀ ਇਹ ਗੱਲ ਵੀ ਤੂੰ ਦੂਰੋਂ ਲੈ ਕੇ ਆਇਆ। ਬਠਿੰਡਾ ਕਿੰਨੀ ਦੂਰ ਹੈ, ਕਿੰਨੀ ਦੂਰੋਂ ਚੱਲ ਕੇ ਤੂੰ ਅਨਾਜ ਅੰਨ ਲੈ ਕੇ ਆਇਆ ਹੈ। ਪੁਨ ਉਧਾਰ ਪਰ ਬਾਛਤ ਕਾਲਾ। ਤੇ ਤੀਜੀ ਗੱਲ ਵੀ ਤੂੰ ਉਧਾਰ ਦਿੱਤਾ ਸਾਨੂੰ। ਤੇ ਚੌਥੀ ਗੱਲ ਵੀ ਦਿੱਤਾ ਸਮੇਂ ਤੇ ਉਧਾਰ ਦਿੱਤਾ ਤੇ ਲੈ ਕੇ ਦੂਰੋਂ ਆਇਆ। ਇਸ ਕਰਕੇ ਅਸੀਂ ਤੈਨੂੰ ਸਵਾਇਆ ਦੇਵਾਂਗੇ। ਭਾਵ ਜੇ 1 ਰੁਪਈਆ ਬਣਦਾ ਤੇ ਤੈਨੂੰ 1.25 ਰੁਪਈਆ ਦੇਵਾਂਗੇ, ਸਵਾਇਆ ਧਨ ਦੇਵਾਂਗੇ ਭਾ ਨਾਲੋਂ। ਦਇਓ ਅੰਨ ਤੈ ਆਨ ਬਿਸਾਲਾ। ਤੂੰ 500 ਮਣ ਗੁਰੂ ਕੇ ਲੰਗਰਾਂ ਵਿੱਚ ਆਣ ਪਾਇਆ ਸੀ। ਸੁਣ ਦਿਜ ਹਾਥ ਜੋਰ ਕੈ ਬੋਲਾ। ਤੇ ਸਾਧ ਸੰਗਤ ਦੀ ਇਹ ਗੰਗਾ ਰਾਮ ਬ੍ਰਾਹਮਣ ਨੇ ਸੁਣਿਆ ਮਹਾਰਾਜ ਤੋਂ ਮਾਇਆ ਦੀ ਗੱਲ, ਤੇ ਹੱਥ ਜੋੜ ਲਏ ਹਨ। ਪ੍ਰਭ ਜੀ ਮੈਂ ਨਾ ਲਿਓ ਕੁਛ ਮੋਲਾ। ਹੱਥ ਜੋੜ ਕੇ ਕਹਿੰਦਾ, ਹੈ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਮਹਾਰਾਜ, ਮੈਂ ਕੋਈ ਮੁੱਲ ਨਹੀਂ ਲੈਣਾ। ਇਸ 500 ਮਣ ਬਾਜਰੇ ਦਾ ਕੋਈ ਪੈਸਾ ਨਹੀਂ ਲਵਾਂਗਾ। ਰਾਵਰ ਕੀ ਸੇਵਾ ਮੈਂ ਕਰੇ ਹਾਂ। ਇਹ ਤਾਂ ਮਹਾਰਾਜ ਮੈਂ ਤੁਹਾਡੀ ਸੇਵਾ ਕੀਤੀ, ਤੁਹਾਡੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਵਿੱਚ 500 ਮਣ ਅੰਨ ਲੱਗ ਗਿਆ। ਇਸ ਮਾਇਆ ਇਸ ਅੰਨ ਦੀ ਮਹਾਰਾਜ ਕੋਈ ਕੀਮਤ ਨਹੀਂ ਲੈਣੀ, ਕੋਈ 1 ਰੁਪਈਆ ਤੁਹਾਡੇ ਪਾਸੋਂ ਮੈਂ ਨਹੀਂ ਲਵਾਂਗਾ। ਮਹਾਰਾਜ ਮੈਂ ਤੁਹਾਡੇ ਸਿੱਖਾਂ ਦੀ, ਤੁਹਾਡੇ ਘਰ ਦੀ ਸੇਵਾ ਕੀਤੀ ਹੈ। ਜਨਮ ਸਫਲ ਕੀ ਆਸਾ ਤਰੇ ਹਾਂ। ਸੱਚੇ ਪਾਤਸ਼ਾਹ ਜੇ ਕੁਝ ਦੇਣਾ ਹੈ ਨਾ, ਫਿਰ ਇਹ ਦਿਓ ਵੀ ਮੇਰਾ ਜਨਮ ਸਫਲਾ ਹੋਵੇ, ਮੇਰਾ ਜੰਮਣ ਮਰਨ ਦੀ ਫਾਹੀ ਕੱਟੀ ਜਾਵੇ, ਇਹ ਸੰਸਾਰ ਦੇ ਦੁੱਖਾਂ ਤੋਂ ਮੁਕਤੀ ਬਖਸ਼ੋ। ਜੇ ਦੇਣਾ ਸੱਚੇ ਪਾਤਸ਼ਾਹ ਜੀ ਤੇ ਮੇਰਾ ਜਨਮ ਸਫਲਾ ਕਰੋ, ਮਾਇਆ ਨਾ ਦਿਓ ਜੀ। ਸਦਨ ਜਾਨ ਕੀ ਨਾਹਿਨ ਚਾਹੂ। ਤੇ ਮਹਾਰਾਜ ਦੂਜੀ ਗੱਲ ਵੀ, ਮੈਨੂੰ ਘਰ ਜਾਣ ਦੀ ਕੋਈ ਬਹੁਤੀ ਇੱਛਾ ਕਾਹਲੀ ਨਹੀਂ ਹੈ। ਬੈਸ ਬਿਤਾਵਾ ਸੰਗਤ ਮਾਹੂ। ਤੇ ਮੈਂ ਮਨ ਵਿੱਚ ਇਹ ਵਿਚਾਰ ਬਣਾਇਆ ਵੀ ਮੈਂ ਤੁਹਾਡੀ ਸੰਗਤ ਵਿੱਚ ਰਹਿ ਕੇ ਹੁਣ ਸਾਰੀ ਉਮਰ ਹੀ ਬਤੀਤ ਕਰ ਦੇਣੀ, ਮੈਂ ਘਰ ਨਹੀਂ ਜਾਣਾ। ਹੁਣ ਸੱਚੇ ਪਾਤਸ਼ਾਹ ਜੀ ਸਾਰਾ ਜਿਹੜਾ ਜਨਮ ਹੈ ਨਾ ਤੁਹਾਡੇ ਲੇਖੇ ਲਾਉਣਾ ਹੈ, ਤੇ ਤੁਹਾਡੀ ਸੇਵਾ ਕਰਦਿਆਂ ਸਾਰੀ ਉਮਰ ਬਤੀਤਨੀ ਹੈ, ਕੱਢਣੀ ਹੈ। ਤੁਮ ਤੇ ਪਰੇ ਅਪਰ ਕੋ ਨੀਕਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸੋ ਵੀ ਮੈਨੂੰ ਤੁਹਾਡੇ ਤੋਂ ਬਿਨਾਂ ਭਲਾ ਕੋਈ ਚੰਗਾ ਹੋ ਸਕਦਾ? ਤੁਹਾਥੋਂ ਮਹਾਰਾਜ ਮੈਨੂੰ ਕੌਣ ਚੰਗਾ ਹੈ, ਕੌਣ ਸ਼੍ਰੇਸ਼ਟ ਹੈ, ਕੌਣ ਭਲੇਦਾਇਕ ਲਾਭਦਾਇਕ ਹੈ? ਨਹਿ ਜਹ ਕਲਿਆਣ ਹੋਏ ਹੈ ਜੀ ਕਾ। ਵੀ ਜਿੱਥੇ ਜੀਵ ਦੀ ਕਲਿਆਣ ਹੁੰਦੀ, ਐਡਾ ਦਰ ਮਹਾਰਾਜ ਕਿੱਥੇ ਲੱਭਣਾ? ਤੁਹਾਡੇ ਵਰਗਾ ਗੁਰੂ ਮਹਾਰਾਜ ਕਿੱਥੋਂ ਲੱਭੇਗਾ? ਜਿੱਥੇ ਸਾਰਿਆਂ ਜੀਵਾਂ ਦੀ, ਪਾਪੀਆਂ ਦੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿੱਥੇ ਮਹਾਰਾਜ ਸਾਰਿਆਂ ਦੀ ਕਲਿਆਣ ਹੁੰਦੀ ਹੈ, ਇਹੋ ਜਿਹਾ ਦਰ ਮਹਾਰਾਜ ਮੈਨੂੰ ਹੋਰ ਕਿਤੋਂ ਮਿਲੇਗਾ ਨਹੀਂ। ਨਹਿ ਤੁਮਰੋ ਦਰ ਛੋਰਨ ਕਰੋ। ਇਸ ਕਰਕੇ ਮਹਾਰਾਜ ਮੈਂ ਪੱਕਾ ਨਿਸ਼ਚਾ ਧਾਰਿਆ ਵੀ ਮੈਂ ਤੁਹਾਡਾ ਦਰ ਘਰ, ਤੁਹਾਡੇ ਚਰਨ, ਤੁਹਾਡੀ ਸੰਗਤ, ਤੁਹਾਡੀ ਸੇਵਾ ਇਹ ਛੱਡਣੀ ਨਹੀਂ, ਕਰਾਂਗਾ, ਧਾਰ ਕੇ ਰੱਖਾਂਗਾ। ਪੱਕਾ ਤੁਹਾਡੇ ਘਰ ਦਾ ਸੇਵਕ ਬਣਾਂਗਾ। ਰਾਵਰ ਨਾਮ ਧਿਆਨ ਹੀ ਤਰਾਂ। ਤੇ ਸਦਾ ਮਹਾਰਾਜ ਤੁਹਾਡੇ ਨਾਮ ਦਾ ਧਿਆਨ ਜਿਹੜਾ ਆਪਦੇ ਮਨ ਵਿੱਚ ਧਾਰਾਂਗਾ। ਸੁਣ ਬੋਲੇ ਸ਼੍ਰੀ ਸਤਿਗੁਰ ਤਬੈ। ਇਹ ਗੰਗਾ ਰਾਮ ਬ੍ਰਾਹਮਣ ਤੋਂ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਬੋਲੇ ਆ, ਦਰਬ ਸਰਬ ਲਿਹੁ ਦਿਜ ਬਰ ਅਬੈ। ਹੇ ਸ਼੍ਰੇਸ਼ਟ ਬ੍ਰਾਹਮਣ ਜੀ, ਜਿੰਨਾ ਤੁਹਾਡਾ ਧਨ ਬਣਦਾ ਨਾ ਗੁਰੂ ਘਰ ਵੱਲੇ ਬਕਾਇਆ, ਉਹ ਸਾਰਾ ਹੀ ਹੁਣ ਤੁਸੀਂ ਲੈ ਲਵੋ ਸਾਥੋਂ। ਸੋ ਗ੍ਰਹਿ ਆਪਣੇ ਦੇਹੋ ਪੁਚਾਏ। ਤੇ ਉਹ ਸਾਰਾ ਧਨ ਤੁਸੀਂ ਆਪਦੇ ਘਰ ਪਰਿਵਾਰ ਨੂੰ ਭੇਜ ਦਿਓ ਬਠਿੰਡੇ ਨਗਰ ਵਿੱਚ। ਕਹਿ ਅਬ ਆਪ ਸੋ ਲੇਹੁ ਸਿਧਾਏ। ਤੇ ਜਾਂ ਪੈਸੇ ਲਓ ਤੇ ਤੁਸੀਂ ਆਪ ਹੀ ਚਲੇ ਜਾਓ, ਵੀ ਤੁਸੀਂ ਇੱਥੇ ਕੀ ਕਰਨਾ ਰਹਿ ਕੇ। ਆ ਮਾਇਆ ਚੱਕੋ 500 ਮਣ ਬਾਜਰੇ ਦੀ ਤੇ ਆਪਦੇ ਪਿੰਡ ਨੂੰ ਚਲੇ ਜਾਓ, ਪਰਿਵਾਰ ਨੂੰ ਸੁੱਖ ਦਿਓ ਜਾ ਕੇ। ਬਹਰੋ ਆਏ ਕਰਹੁ ਸਰ ਸੇਵਾ। ਤੇ ਕੋਈ ਨਾ ਘਰੋਂ ਹੋ ਆਓ ਇੱਕ ਵਾਰੀ ਤੇ ਫੇਰ ਆ ਜਾਣਾ। ਆ ਮਾਇਆ ਘਰੇ ਪਰਿਵਾਰ ਨੂੰ ਫੜਾਓ, ਫੇਰ ਆ ਕੇ ਸਰੋਵਰ ਦੀ ਸੇਵਾ ਕਰ ਲੈਣੀ। ਬਾਛਤ ਪਾਏਂਦੇ ਗੁਰਦੇਵਾ। ਤੇ ਜੋ ਮੰਗੋਗੇ ਉਹੀ ਮਿਲੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਭੰਡਾਰੇ ਸਦਾ ਖੁੱਲੇ ਹੈ।
ਜੋ ਮੰਗੋਗੇ ਉਹੀ ਪ੍ਰਾਪਤ ਹੋਵੇਗਾ। ਦਿਜ ਕੋ ਦਰ ਬੋਲੇ ਤੋ ਸੋ ਨਾਹੀ। ਮਹਾਰਾਜ ਦਿੰਦੇ ਆ ਪੈਸੇ ਬ੍ਰਾਹਮਣ ਨੂੰ ਵੀ ਤੂੰ 500 ਮਣ ਬਾਜਰਾ, ਕਿਉਂਕਿ ਤੂੰ ਵਪਾਰ ਕਰਨੀ ਆਇਆ ਨਾ ਇੱਥੇ, 500 ਮਣ ਬਾਜਰਾ ਤੂੰ ਗੁਰੂ ਕੇ ਲੰਗਰਾਂ ਵਿੱਚ ਪਾਇਆ ਹੈ, ਤੇ ਉਹ 500 ਮਣ ਬਾਜਰੇ ਦੇ ਮਾਇਆ ਲੈ ਤੇ ਘਰੇ ਜਾ। ਸੱਚੇ ਪਾਤਸ਼ਾਹ ਜੀ ਨੂੰ ਪੈਸੇ ਦਿੰਦੇ ਆ। ਤੇ ਬ੍ਰਾਹਮਣ ਆਇਆ ਤਾਂ ਸਾਧ ਸੰਗਤ ਜੀ ਵਪਾਰ ਕਰਨ ਸੀ, ਪਰ ਮਹਾਰਾਜ ਦੇ ਦਰ ਕਰ ਪ੍ਰੇਮ ਹੀ ਇੰਨਾ ਬਣਿਆ ਵੀ ਉਹ ਸਾਰਾ ਕੁਝ ਭੁੱਲ ਹੀ ਗਿਆ। ਸਭ ਕੰਮ ਜਿਹੜੀ ਆ ਉਹ ਨਾਸਣ ਭਾਜਣ ਥਾਕਾ, ਸਭ ਕੁਝ ਵਿਸ਼ੇ ਵਕਾਰ ਵਿਹਾਰ ਸਭ ਛੁੱਟ ਗਏ। ਆਖੇ ਨਹੀਂ ਮਹਾਰਾਜ ਮੈਂ ਤਾਂ ਤੁਹਾਡੇ ਹੀ ਘਰ ਜੋਗਾ ਰਹਿ ਗਿਆ, ਤੇ 500 ਮਣ ਬਾਜਰਾ ਮਹਾਰਾਜ ਸੇਵਾ 'ਚ ਹੀ ਲਾ ਲਓ, ਮੈਂ ਤੁਹਾਥੋਂ ਪੈਸੇ ਨਹੀਂ ਲੈਣੇ। ਗਰੀਬ ਨਵਾਜ ਮਾਇਆ ਦਿੰਦੇ ਆ। ਤੇ ਇਹ ਬ੍ਰਾਹਮਣ ਜਿਹੜਾ ਮਹਾਰਾਜ ਦੇ ਘਰ ਦਾ ਸੇਵਕ ਬਣਿਆ, ਸ਼ਰਧਾ ਰੱਖੀ ਇਸ ਵਪਾਰੀ ਨੇ, ਤੇ ਮਹਾਰਾਜ ਤੋਂ ਮਾਇਆ ਲੈਂਦਾ ਨਹੀਂ ਹੈ। ਹਮਰੇ ਸਿੱਖ ਦੇਤ ਹਮ ਪਾਹੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਗੱਲ ਐ ਆ ਵੀ ਸਾਡੇ ਸਿੱਖ ਇਹ ਮਾਇਆ ਦੇ ਗਏ ਸਾਡੇ ਪਾਸ, ਸਾਨੂੰ ਇਹ ਮਾਇਆ ਦੇ ਗਏ 500 ਮਣ ਬਾਜਰੇ ਦੀ। ਸਤਿਗੁਰ ਕੀ ਕਰ ਟੋਟ ਨ ਕੋਈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਇਹ ਬ੍ਰਾਹਮਣ ਜੀ ਕੋਈ ਤੋਟਾ ਨਹੀਂ। ਠੀਕ ਹੈ, ਇੱਕ ਵਾਰੀ ਅੰਨ ਨਹੀਂ ਆਇਆ ਨਗਰਾਂ ਵੱਲੋਂ, ਕੋਈ ਰਸਤਾ ਨਹੀਂ ਸੰਗਤਾਂ ਲੈ ਕੇ ਆਈਆਂ ਕਿਸੇ ਕਾਰਨ, ਪਰ ਹੁਣ ਸੇਖੋ ਦੇ ਗਏ ਪੈਸੇ ਖੁੱਲੇ ਸਾਨੂੰ। ਜਦੋਂ ਆ ਵਿਸਾਖੀ ਆਈ ਹੈ, ਸੰਗਤਾਂ ਨੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ ਸਾਡੇ ਚਰਨਾਂ 'ਚ, ਤੇ ਉਹ ਮਾਇਆ ਤੁਸੀਂ ਹੁਣ ਲਓ। ਗੁਰੂ ਘਰ ਦੇ ਵਿੱਚ ਕਿਸੇ ਵਸਤੂ ਦੀ ਤੋਟ ਨਹੀਂ ਹੈ। ਆਮਦ ਖਰਚ ਸਦਾ ਇਮ ਹੋਈ। ਵੀ ਆਮਦਨ ਵੀ ਬੜੀ ਆ ਤੇ ਖਰਚ ਵੀ ਹੋਈ ਜਾਂਦਾ। ਆਮਦਨ ਤੇ ਖਰਚਾ ਸਦਾ ਇਸੇ ਤਰ੍ਹਾਂ ਚੱਲਦਾ ਰਹਿੰਦਾ। ਕੋਈ ਲਈ ਆਉਂਦੇ, ਕੁਝ ਛਕੀ ਛਕਾਈ ਜਾਂਦੇ ਆ। ਗੰਗਾ ਰਾਮ ਨੰਮਰ ਹੋਏ ਪਨਿਓ। ਤੇ ਗੰਗਾ ਰਾਮ ਬ੍ਰਾਹਮਣ ਨੇ ਸਤਿਗੁਰਾਂ ਦੇ ਹਜੂਰ ਨਿਮਰਤਾ ਸਹਿਤ ਇਸ ਤਰ੍ਹਾਂ ਬੋਲਿਆ ਹੈ। ਮੈਂ ਮਨ ਤੇਰਾ ਵਰ ਸਿੱਖ ਬਨਿਓ। ਸੱਚੇ ਪਾਤਸ਼ਾਹ ਜੀ ਮੈਂ ਮਾਇਆ ਨਹੀਂ ਲੈਣੀ, ਕਿਉਂਕਿ ਮੈਂ ਮਨ ਕਰਕੇ ਹਜ਼ੂਰ ਤੁਹਾਡਾ ਸੱਚਾ ਸਿੱਖ ਬਣ ਗਿਆ, ਤੁਹਾਡੇ ਚਰਨਾਂ ਦਾ ਸੇਵਕ ਹਾਂ। ਅਰਪਨ ਕਰਿਓ ਅੰਨ ਮੈਂ ਆਨ। ਤੇ ਜਿਹੜਾ 500 ਮਣ ਬਾਜਰਾ ਹੈ ਮਹਾਰਾਜ, ਇਹ ਤੁਸੀਂ ਆਪਦੇ ਦਰਸ਼ਨਾਂ ਦੀ ਭੇਟਾ ਜਾਣ ਲਓ ਵੀ 500 ਮਣ ਬਾਜਰਾ ਸਤਿਗੁਰੂ ਤੁਹਾਡੇ ਚਰਨਾਂ 'ਚ ਮੈਂ ਭੇਟ ਕਰ ਦਿੱਤਾ। ਜਿੱਥੇ ਸੰਗਤਾਂ ਅੰਨ ਲੈ ਕੇ ਆਉਂਦੀਆਂ, ਮਾਇਆ ਲੈ ਕੇ ਆਉਂਦੀਆਂ, ਬਸਤਰ ਲੈ ਕੇ ਆਉਂਦੀਆਂ, ਉੱਥੇ ਮਹਾਰਾਜ ਵੀ ਤੁਹਾਡੇ ਘਰ ਦਾ ਗੰਗਾ ਰਾਮ ਸਿੱਖ ਜਿਹੜਾ, ਇਹ ਵੀ ਮਹਾਰਾਜ ਤੁਹਾਡੇ ਘਰ ਵਿੱਚ 500 ਮਣ ਬਾਜਰੇ ਦੀ ਸੇਵਾ ਕਰਦਾ ਹੈ। ਕਰੇ ਹਾਂ ਰਾਵਰ ਸੇਵਾ ਮਹਾਨ। ਇਹ ਮਹਾਰਾਜ ਮੈਂ ਤੁਹਾਡਾ ਸਿੱਖ ਹੋਣ ਦੇ ਨਾਂ ਤੇ ਆਪਦੇ ਘਰ ਦੀ, ਆਪ ਜੀ ਕੇ ਦਰ ਘਰ ਦੀ ਸੇਵਾ ਕੀਤੀ ਹੈ। ਸਦਨ ਜਾਨ ਕੀ ਚਾਹੇ ਨਾ ਮੋਰੇ। ਤੇ ਰਹੀ ਗੱਲ ਮਹਾਰਾਜ ਤੁਸੀਂ ਕਹਿੰਦੇ ਹੋ ਘਰ ਚਲਾ ਜਾਓ, ਤੇ ਮਹਾਰਾਜ ਹੁਣ ਘਰ ਜਾਣ ਦੀ ਮੇਰੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਕੋਈ ਮਹਾਰਾਜ ਫੁਰਨਾ ਇੱਛਾ ਚਾਹਣਾ ਘਰ ਜਾਣ ਦੀ ਨਹੀਂ ਹੈ। ਨਹੀਂ ਮਨੋਰਥ ਮਨ ਮਹਿ ਆਉਰੇ। ਤੇ ਇਸ ਤੋਂ ਇਲਾਵਾ ਮਹਾਰਾਜ ਕੋਈ ਹੋਰ ਮਨ ਵਿੱਚ ਸੰਕਲਪ ਵੀ ਨਹੀਂ ਹੈ, ਕੋਈ ਮਨ ਵਿੱਚ ਫੁਰਨਾ ਨਹੀਂ ਹੈ। ਆਪਣੋ ਸਿੱਖ ਬਨਾਵਨ ਕਰੀਐ। ਮਹਾਰਾਜ ਇੱਕੋ ਇੱਕ ਇੱਛਾ ਹੈ ਮੇਰੇ ਮਨ ਵਿੱਚ ਵੀ ਮਹਾਰਾਜ ਜਿਵੇਂ ਤੁਸੀਂ ਦੂਜਿਆਂ ਸਿੱਖਾਂ ਨੂੰ ਰੰਗ ਬਖਸ਼ਿਆ, ਨਾਮ ਦੀਆਂ ਦਾਤਾਂ ਬਖਸ਼ੀਆਂ, ਸੇਵਾ ਸਿਮਰਨ ਬਖਸ਼ਿਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਿਆ, ਮਹਾਰਾਜ ਸਤ ਸੰਤੋਖ ਬਖਸ਼ਿਆ, ਕਿਰਪਾ ਕਰਕੇ ਮੇਰੇ ਤੇ ਵੀ ਮਿਹਰ ਭਰੀ ਨਿਗਾਹ ਕਰੋ। ਤੇ ਸੱਚੇ ਪਾਤਸ਼ਾਹ ਜੀ ਇਹੀ ਮੰਗਣਾ ਹੈ ਵੀ ਮੈਨੂੰ ਆਪ ਜੀ ਆਪਣੇ ਦਰੋਂ ਕਰੋ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ੋ। ਮੈਨੂੰ ਮਹਾਰਾਜ ਦਰ ਘਰੋਂ ਸਿੱਖੀ ਦੀਆਂ ਦਾਤਾਂ ਬਖਸ਼ੋ ਜੀ। ਔਰ ਤੇ ਭਰਮ ਮੋਹ ਪਰ ਹਰੀਆ ਹੈ। ਮਹਾਰਾਜ ਮੇਰੇ ਮਨ ਦੇ ਵਿੱਚੋਂ ਜਿਹੜਾ ਭਰਮ ਹੈ ਨਾ, ਇਹ ਸਾਰਾ ਕੱਟ ਦਿਓ, ਕਿਰਪਾ ਕਰੋ ਮੇਰੇ ਉੱਪਰ। ਦੀਨ ਜਾਨ ਦੇਹੁ ਆਪਨ ਬਨਾਈ। ਮਹਾਰਾਜ ਦੀਨ ਦੁਖੀ ਪਾਪੀ ਜਾਣ ਕੇ ਮੈਨੂੰ ਸੱਚੇ ਪਾਤਸ਼ਾਹ ਜੀ ਆਪਦਾ ਬਣਾ ਲਓ, ਆਪਦੀ ਸਿੱਖੀ ਦਾ ਦਾਨ ਬਖਸ਼ ਦਿਓ ਜੀਓ। ਪਰਿਓ ਆਨ ਕਰ ਮੈਂ ਸ਼ਰਨਾਈ। ਮੈਂ ਪਾਪੀ, ਮੈਂ ਦੀਨ ਦੁਖੀ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਆਣ ਪਿਆ ਹਾਂ। ਦੀਨ ਦਇਆਲ ਸਭ ਨਾਮ ਸੁਨਿਓ ਹੈ। ਤੇ ਮਹਾਰਾਜ ਮੈਂ ਸਾਰੀ ਦੁਨੀਆ ਤੋਂ ਤੁਹਾਡਾ ਨਾਮ ਸੁਣਿਆ, ਦੀਨ ਦਇਆਲ। ਆਪ ਦੀਨਾਂ ਤੇ ਦੁਖੀਆਂ ਤੇ ਪਾਪੀਆਂ ਤੇ ਦਇਆ ਕਰਨ ਵਾਲੇ ਹੋ। ਇਹ ਮਹਾਰਾਜ ਮੈਂ ਤੁਹਾਡਾ ਨਾਮ ਜਿਹੜਾ ਨਾ ਦੀਨ ਦਇਆਲ, ਦੀਨਾਂ ਤੇ ਦਇਆ ਕਰਨ ਵਾਲੇ, ਦੁਖੀਆਂ ਦੀ ਬਾਂਹ ਫੜਨ ਵਾਲੇ, ਪਾਪੀਆਂ ਨੂੰ ਵੱਡੇ ਵੱਡੇ ਪੁੰਨੀ ਮਹਾਂਪੁਰਖ ਬਣਾਉਣ ਵਾਲੇ, ਤੋ ਗਿਰਿਆ ਹੋਇਆਂ ਨੂੰ ਗਲ ਨਾਲ ਲਾਉਣ ਵਾਲੇ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਹਾਰਾਜ ਮੈਂ ਤੁਹਾਡੇ ਘਰ ਦੀ ਇਹ ਮਰਿਆਦਾ ਸੁਣੀ ਹੈ। ਇੱਥੇ ਮਹਾਰਾਜ ਪਾਪੀਆਂ ਨੂੰ ਢੋਈ ਮਿਲਦੀ ਹੈ। ਆਪ ਜੀ ਕੇ ਦਰ ਘਰ ਦੀ ਬਾਬਤ ਮਹਾਰਾਜ ਮੈਂ ਸੁਣਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ,
ਲਾਗੂ ਹੋਏ ਦੁਸ਼ਮਣਾ, ਸਾਗ ਪੇ ਭਜ ਖਲੇ, ਸਭੋ ਭਜੈ ਆਸਰਾ, ਚੂਕੈ ਸਭ ਅਸਰਾਓ। ਸੱਚੇ ਪਾਤਸ਼ਾਹ ਜੀ, ਇਹ ਦਰ ਘਰ ਦੀ ਮਰਿਆਦਾ, ਤੁਹਾਡੇ ਘਰ ਦੀ ਮਹਿਮਾ ਸੁਣੀਆਂ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗਣ ਤਤੀ ਵਾਓ। ਸੱਚੇ ਪਾਤਸ਼ਾਹ ਜੀ, ਤੁਹਾਡੀ ਇਹ ਮਹਿਮਾ ਮੈਂ ਸੰਸਾਰ ਤੋਂ ਸੁਣੀ ਹੈ ਵੀ ਤੁਸੀਂ ਪਾਪੀਆਂ, ਦੀਨਾਂ, ਗਿਰਿਆ ਹੋਇਆਂ ਨੂੰ ਮਰਜ ਗਲ ਨਾਲ ਲਾਉਣ ਵਾਲੇ ਦੀਨ ਦਿਆਲ ਪਾਤਸ਼ਾਹ ਹੋ। ਸਿੱਖੋ ਵਤਸ਼ਲ ਬਿਰਦ ਗੁਨਿਓ ਹੈ। ਮਹਾਰਾਜ ਆਪ ਸਿੱਖਾਂ ਨੂੰ ਸਦਾ ਪ੍ਰੇਮ ਕਰਨ ਵਾਲੇ, ਤੁਹਾਡਾ ਇਹ ਬਿਰਦ ਆਖਿਆ ਜਾਂਦਾ ਹੈ, ਤੁਹਾਡਾ ਧਰਮ ਆਦਤ ਆਖੀ ਜਾਂਦੀ ਹੈ। ਛੋਰਾ ਨਹੀਂ ਆਸਰੂ ਰਾਵਰ। ਮਹਾਰਾਜ ਮੈਂ ਨਹੀਂ ਇੱਥੋਂ ਜਾਵਾਂਗਾ, ਅੰਮ੍ਰਿਤਸਰ ਹੀ ਰਵਾਂਗਾ, ਤੁਹਾਡੇ ਚਰਨਾਂ ਦੀ ਸੇਵਾ ਕਰਾਂਗਾ, ਤੁਹਾਡਾ ਆਸਰਾ ਨਹੀਂ ਛੱਡਾਂਗਾ। ਤਜਹ ਜੇ ਅਪਰ ਗਿਨੈ ਕੋ ਬਾਵਰ। ਬਾਕੀ ਮਹਾਰਾਜ ਜੇ ਤੁਹਾਡੇ ਵਰਗਾ ਗੁਰੂ ਕੋਈ ਛੱਡ ਕੇ ਚਲਾ ਜਾਵੇ, ਉਹਨੂੰ ਸਾਰੇ ਲੋਕ ਕਮਲਾ ਆਖਣਗੇ ਵੀ ਇਹੋ ਜਿਹਾ ਗੁਰੂ ਕਿਤੇ ਲੱਭਣਾ। ਸੱਚੇ ਪਾਤਸ਼ਾਹ ਜੀ, ਤੁਹਾਡੇ ਵਰਗੇ ਸ਼ਹਿਨਸ਼ਾਹ ਸਤਿਗੁਰਾਂ ਨੂੰ, ਦੀਨ ਦਿਆਲ ਪਾਤਸ਼ਾਹ ਮਹਾਰਾਜ ਨੂੰ ਛੱਡ ਕੇ ਜੇ ਮੈਂ ਜਾਵਾਂਗਾ, ਲੋਕ ਮੈਨੂੰ ਝੱਲਾ ਆਖਣਗੇ, ਮੂਰਖ ਆਖਣਗੇ ਗੰਗਾ ਰਾਮ ਬ੍ਰਾਹਮਣ ਮਾਇਆ ਤੇ ਡੁੱਲ ਗਿਆ, ਇਹਨੇ ਕੋਈ ਸੱਚੇ ਪਾਤਸ਼ਾਹ ਤੋਂ ਪ੍ਰਾਪਤੀ ਨਾ ਕੀਤੀ। ਜਿੱਥੋਂ ਸਾਰਾ ਸੰਸਾਰ ਤਰਦਾ ਹੈ ਤੇ ਇਹ ਗੰਗਾ ਰਾਮ ਬ੍ਰਾਹਮਣ ਉਥੋਂ ਕੱਲੀ ਮਾਇਆ ਲੈ ਕੇ ਘਰ ਮੁੜ ਆਇਆ। ਮਹਾਰਾਜ ਮੈਨੂੰ ਸਾਰੇ ਲੋਕ ਮੂਰਖ ਆਖਣਗੇ, ਮੈਂ ਮੂਰਖ ਗਿਣਿਆ ਜਾਵਾਂਗਾ। ਕਰ ਨਿਸ਼ਚੈ ਮੈਂ ਗਇਓ ਅਲੰਬ। ਇਸ ਕਰਕੇ ਮਹਾਰਾਜ ਮੈਂ ਭਰੋਸਾ ਤੁਹਾਡੇ ਚਰਨਾਂ ਦਾ ਕੀਤਾ ਤੇ ਤੁਹਾਡਾ ਹੀ ਮੈਨੂੰ ਆਸਰਾ ਹੈ, ਤੁਹਾਡਾ ਆਸਰੇ ਤੇ ਭਰੋਸਾ ਰੱਖਿਆ ਹੈ। ਬੈਠਿਓ ਤਜ ਕੈ ਸਰਬ ਕੁਟੰਬ। ਮਹਾਰਾਜ ਮੈਂ ਸਾਰਾ ਘਰ ਪਰਿਵਾਰ ਛੱਡ ਕੇ ਕੇਵਲ ਤੇ ਕੇਵਲ ਹਜ਼ੂਰ ਤੁਹਾਡੇ ਆਸਰੇ ਭਰੋਸੇ ਤੇ ਹੁਣ ਟਿਕਿਆ ਹਾਂ। ਨਹੀਂ ਪ੍ਰੀਤ ਅਬ ਕਿਸ ਕੇ ਸਾਥ। ਆ ਮਾਈ ਭਾਈ, ਧੀਆਂ ਪੁੱਤਰਾਂ ਨਾਲ, ਸੰਸਾਰ ਨਾਲ, ਮਾਇਆ ਨਾਲ, ਕਾਰੋਬਾਰ ਵਿਵਹਾਰ ਨਾਲ ਮਹਾਰਾਜ ਮੇਰੀ ਕਿਸੇ ਤਰ੍ਹਾਂ ਦੀ ਹੁਣ ਪ੍ਰੀਤੀ ਨਹੀਂ ਹੈ। ਕਰਿਓ ਖੋਜ ਮੈਂ ਤੁਮ ਕੋ ਨਾਥ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨੀ ਪੈਣਾ ਤੇ ਮੈਂ ਤੁਹਾਡੇ ਘਰੋਂ ਦਰੋਂ ਨਾਮ ਲੱਭਣ ਵਾਸਤੇ ਆਇਆ, ਤੁਹਾਡੇ ਦਰੋਂ ਕਰੋ ਨਾਮ ਦੀ ਇੱਛਾ ਰੱਖਦਾ, ਨਾਮ ਲੱਭਣਾ ਚਾਹੁੰਦਾ ਹਾਂ। ਆਸੋ ਦ੍ਰਿੜ ਨਿਸ਼ਚਾ ਦਿਜ ਕੋ ਦੇਖੋ। ਇਧਰ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹ ਗੰਗਾ ਰਾਮ ਬ੍ਰਾਹਮਣ ਦਾ ਇੰਨਾ ਭਰੋਸਾ ਵੇਖਿਆ, ਗੁਰੂ ਘਰ ਤੇ ਗੁਰੂ ਕੇ ਸਰੋਵਰਾਂ ਦੀ ਸੇਵਾ ਤੇ ਅਥਾਹ ਸ਼ਰਧਾ ਭਰੋਸਾ ਵੇਖ ਕਰਕੇ ਸ਼੍ਰੀ ਅਰਜਨ ਕਰ ਕਿਰਪਾ ਵਿਸ਼ੇਖ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਿਰ ਬੜੇ ਪ੍ਰਸੰਨ ਹੋਏ, ਇਸ ਬ੍ਰਾਹਮਣ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਆਏ ਹਨ। ਨਿਰਮਲ ਜਲ ਤੇ ਚਰਨ ਪਖਾਰੇ। ਆਪਣੇ ਨਿਰਮਲ ਉਜਲ ਜਲ ਤੋਂ ਹਜੂਰ ਨੇ ਆਪਣੇ ਚਰਨ ਜਿਹੜੇ ਪਖਾਰੇ ਧਵਾਏ ਧੋਤੇ ਐ। ਪਾਹੁਲ ਦਈ ਸੰਦਹਿ ਨਿਵਾਰੇ। ਤੇ ਸੱਚੇ ਪਾਤਸ਼ਾਹ ਜੀ ਦੇ ਸਾਰੇ ਸੰਸੇ ਨਿਵਰਤ ਕੀਤੀ, ਚਰਨ ਪਾਉਲ ਇਸ ਗੰਗਾ ਰਾਮ ਬ੍ਰਾਹਮਣ ਨੂੰ ਹਜ਼ੂਰ ਨੇ ਬਖਸ਼ੀ ਹੈ। ਆਪਣੀ ਸੇਵਾ ਬਿਖੈ ਲਗਾਇਆ। ਤੇ ਮਹਾਰਾਜ ਨੇ ਸਿੱਖੀ ਬਖਸ਼ਿਸ਼ ਕੀਤੀ, ਆਪਣੀ ਸੇਵਾ ਦੇ ਵਿੱਚ ਗੁਰੂ ਗਰੀਬ ਨਵਾਜ ਜੀਆਂ ਨੇ ਲਾ ਲੈਣਾ ਕੀਤਾ ਹੈ। ਮੋਖ ਕਰਨ ਕੋ ਸਿੱਖ ਬਣਾਇਆ। ਇਹਦੀ ਕਲਿਆਣ ਕਰਨ ਵਾਸਤੇ ਹਜ਼ੂਰ ਨੇ ਆਪਣਾ ਸਿੱਖ ਬਣਾ ਲਿਆ ਹੈ। ਔਰ ਆਨੰਦ ਲਹਿ ਸੇਵਾ ਲਾਗਿਓ। ਇਧਰ ਗੰਗਾ ਰਾਮ ਬ੍ਰਾਹਮਣ ਜਿਹੜਾ ਹੈ ਬੜਾ ਆਨੰਦ ਪ੍ਰੇਮ ਦੇ ਸਹਿਤ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕਰਨ ਵਿੱਚ ਲੱਗ ਗਿਆ ਵੈ। ਪੂਰਬ ਭਾਗ ਪਾਲ ਪਰ ਜਾਗਿਓ। ਕਵੀ ਜੀ ਕਹਿੰਦੇ ਸੇਵਾ ਗੁਰੂ ਮਹਾਰਾਜ ਦੇ ਘਰ ਦੀ ਸੇਵਾ ਵਿੱਚ ਲੱਗ ਜਾਣਾ ਕੋਈ ਸਿਆਣਪ ਨਹੀਂ। ਗੰਗਾ ਰਾਮ ਬ੍ਰਾਹਮਣ ਦਾ ਕੋਈ ਪਿਛਲਾ ਸ਼ੁਭ ਕਰਮ ਸੀ ਜਿਹੜਾ ਅੱਜ ਅੱਗੇ ਆ ਗਿਆ। ਗੰਗਾ ਰਾਮ ਬ੍ਰਾਹਮਣ ਦੀ ਕਿਤੇ ਪਿਛਲੀ ਕੀਤੀ ਹੋਈ ਪਿਛਲੇ ਜਨਮਾਂ ਦੀ ਤਪੱਸਿਆ ਕੋਈ ਹੈ ਸੀ, ਭਗਤੀ ਪਿਛਲੇ ਜਨਮ ਦਾ ਸ਼ੁਭ ਕਰਮ ਸੀ ਜਿਹੜਾ ਖਿੱਚ ਕੇ ਇਹਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਗਰ ਅੰਮ੍ਰਿਤਸਰ ਸਾਹਿਬ ਲੈ ਆਇਆ। ਗੁਰੂ ਗਰੀਬ ਨਵਾਜ ਮਹਾਰਾਜ ਦੇ ਘਰ ਦੀ ਸੇਵਾ ਅੱਜ ਮਿਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰੋਂ ਘਰੋਂ ਸਿੱਖੀ ਦੀ ਦਾਤ ਮਿਲ ਰਹੀ ਹੈ। ਇਹਦਾ ਕੋਈ ਪਿਛਲਾ ਕਰਮ ਸੀ ਸ਼ੁਭ, ਇਹ ਗੰਗਾ ਰਾਮ ਬ੍ਰਾਹਮਣ ਨੂੰ ਉਹਦਾ ਸ਼ੁਭ ਕਰਮ ਉਹਦੇ ਮੱਥੇ ਤੇ ਉਗੜ ਆਇਆ, ਜਿਹਨੂੰ ਗੁਰੂ ਘਰੋਂ ਸਿੱਖੀ ਮਿਲੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੇਵਾ ਵਿੱਚ ਰੱਖ ਲਿਆ ਹੈ। ਦਿਨ ਪ੍ਰਤਕਾਰ ਕਰਤ ਹੈ ਜਿਉ ਜਿਉ। ਤੇ ਗੰਗਾ ਰਾਮ ਬ੍ਰਾਹਮਣ ਦਿਨ ਰਾਤ ਹੀ ਗੁਰੂ ਘਰ ਦੇ ਸੇਵਾ ਸਰੋਵਰਾਂ ਦੀ, ਲੰਗਰਾਂ ਦੀ ਦਿਨ ਰਾਤ ਕਰਦਾ ਹੈ, ਜਿਵੇਂ ਜਿਵੇਂ ਮਹਾਰਾਜ ਦੇ ਘਰ ਦੀ ਸੇਵਾ ਕਰਦਾ ਜਾਂਦਾ ਹੈ। ਔਰ ਨਿਰਮਲ ਦਿਜ ਹੋਵੈ ਤਿਉ ਤਿਉ। ਤੇ ਉਵੇਂ ਉਵੇਂ ਬ੍ਰਾਹਮਣ ਜੀ ਦਾ ਮਨ ਜਿਹੜਾ ਉਜਲ ਹੁੰਦਾ ਜਾਂਦਾ, ਜਿਵੇਂ ਜਿਵੇਂ ਸੇਵਾ ਕਰੀ ਜਾਂਦਾ ਤੋ ਉਸੇ ਤਰ੍ਹਾਂ ਮਨ ਦੇ ਸਾਰੇ ਵਿਸ਼ੇ ਵਿਕਾਰ, ਭੈੜੇ ਫੁਰਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ,
ਇਹ ਆਦਿਕ ਵਿਸ਼ੇ ਵਾਸ਼ਨਾਵਾਂ ਮੰਦ ਵਾਸ਼ਨਾਵਾਂ ਪਾਪ ਬਿਰਤੀ ਫੁਰਨੇ ਭੈੜੇ ਇਹ ਸਾਰੇ ਹੀ ਦਿਨ ਬਾ ਦਿਨ ਨਾਸ਼ ਹੋਈ ਜਾਂਦੇ। ਤੋ ਸਾਧ ਸੰਗਤ ਜੀ ਸੇਵਾ ਜਿਹੜੀ ਹੈ ਨਾ ਉਹਦੇ ਵਿੱਚ ਇਹ ਬਾਲ ਹੈ। ਜਿਹੜਾ ਭਾਂਡਾ ਹੁੰਦਾ ਕੋਈ ਉਹ ਇੱਕੋ ਵਾਰੀ ਕੋਈ ਭਾਂਡਾ ਬਹੁਤਾ ਹੋਵੇ ਗਰਕਿਆ ਹੋਇਆ ਖਰਾਬ ਹੋਇਆ ਇੱਕੋ ਵਾਰੀ ਸਾਫ਼ ਨਹੀਂ ਹੁੰਦਾ। ਧੀਰੇ ਧੀਰੇ ਜਿਵੇਂ ਉਹਨੂੰ ਸਾਫ਼ ਕਰਦੇ ਜਾਓ ਉਵੇਂ ਉਵੇਂ ਚਮਕ ਫੜਦਾ ਜਾਂਦਾ। ਆ ਜਿਵੇਂ ਪਿੱਤਲ ਹੈ ਸਰਬ ਲੋ ਵੀ ਇਸ ਤਰ੍ਹਾਂ। ਤੋ ਇਸੇ ਤਰ੍ਹਾਂ ਸਾਧ ਸੰਗਤ ਜੀਓ ਸੇਵਾ ਜਿਹੜੀ ਹੈ ਇੱਕੇ ਦਿਨ ਕਰਕੇ ਅਸੀਂ ਆਖੀਏ ਵੀ ਹੁਣੇ ਹੀ ਗੱਲ ਬਣ ਜਾਵੇ ਐ ਨਹੀਂ, ਸਮਾਂ ਲੱਗਦਾ ਹੈ। ਹੌਲੀ ਹੌਲੀ ਜਿਵੇਂ ਮਨ ਦੀ ਮੈਲ ਕੱਟੀ ਜਾਂਦੀ ਹੈ ਨਾਸ਼ ਹੋਣ ਲੱਗ ਜਾਂਦੀ ਉਵੇਂ ਉਵੇਂ ਸੇਵਾ ਨਾਲ ਪ੍ਰੇਮ ਵੱਧਦਾ ਜਾਂਦਾ। ਜਦੋਂ ਪਹਿਲ ਆਪ ਜੀ ਸੇਵਾ ਕਰੋਗੇ ਮਨ ਕਾਹਲਾ ਪਵੇਗਾ। ਸਮਾਂ ਵੇਖਾਂਗੇ ਵੀ ਕਿੰਨਾ ਕੁ ਸਮਾਂ ਸੇਵਾ ਕਰਦਿਆਂ ਨੂੰ ਹੋਇਆ, ਇੰਨਾ ਕੁ ਸਮਾਂ ਸੇਵਾ ਕੀਤੀ ਚਲੋ ਇੰਨੀ ਬੜੀ ਹੈ ਫਿਰ ਕਰ ਲਵਾਂਗੇ। ਕੰਮ ਯਾਦ ਆਉਂਦੇ ਹੈ, ਫੁਰਨੇ ਮਨ ਵਿੱਚ ਬਣਦੇ ਹੈ, ਸਰੀਰ ਵੀ ਥੱਕਿਆ ਨਹੀਂ ਹੁੰਦਾ, ਅੱਕ ਜਾਂਦਾ ਕਿਉਂਕਿ ਮਨ ਵਿੱਚ ਮੈਲ ਹੈ। ਜਿਵੇਂ ਸਾਧ ਸੰਗਤ ਜੀ ਮੈਲ ਕੱਟੀ ਜਾਂਦੀ ਹੈ ਨਾਸ਼ ਹੁੰਦੀ ਉਵੇਂ ਸੇਵਾ ਨਾਲ ਫਿਰ ਪ੍ਰੇਮ ਵੱਧਦਾ ਜਾਂਦਾ। ਰੰਗ ਲਾਗਤ ਹੈ ਦੁੱਖ ਭਾਗਤ ਹੈ। ਇਹੋ ਜਿਹੀ ਸੱਚੇ ਪਾਤਸ਼ਾਹ ਦੀ ਸੇਵਾ ਦੀ ਜਿਹੜੀ ਕਰਾਮਾਤ ਹੈ। ਗੰਗਾ ਰਾਮ ਬ੍ਰਾਹਮਣ ਆਇਆ ਬਾਜਰਾ ਵੇਚਣ ਵਪਾਰ ਕਰਨ ਵਾਸਤੇ। ਸੱਚੇ ਪਾਤਸ਼ਾਹ ਦੇ ਦਰ ਕਰਦੀ ਸੇਵਾ ਨੇ ਸਾਰਾ ਉਹਦਾ ਪਿਛਲਾ ਜਿਹੜਾ ਕੀਤੇ ਕਰਮ ਉਹ ਤੇ ਮਨ ਦਾ ਸੁਭਾਅ ਮਨ ਦੀਆਂ ਵਿਸ਼ੇ ਵਾਸ਼ਨਾਵਾਂ ਸਾਰੀਆਂ ਬਦਲ ਕੇ ਰੱਖ ਦਿੱਤੀਆਂ। ਇਸ ਤਰ੍ਹਾਂ ਸੇਵਾ ਕਰਦਾ ਜਿਵੇਂ ਸੇਵਾ ਕਰਦਾ ਉਵੇਂ ਮਨ ਸਹਿਜ ਵਿੱਚ ਆਉਂਦਾ ਜਾਂਦਾ, ਉਵੇਂ ਮਨ ਨਿਰਮਲ ਹੁੰਦਾ ਜਾਂਦਾ ਹੈ। ਕੇਤਿਕ ਕਾਲ ਰਹਿਓ ਜਬ ਪਾਸ। ਤੇ ਸਾਧ ਸੰਗਤ ਜੀ ਕਈ ਮਹੀਨੇ ਸੱਚੇ ਪਾਤਸ਼ਾਹ ਦੇ ਪਾਸ ਰਿਹਾ ਹੈ। ਸ਼੍ਰੀ ਅਰਜਨ ਕਰ ਕਿਰਪਾ ਪ੍ਰਕਾਸ਼। ਤੇ ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਕਿਰਪਾ ਇਹ ਬ੍ਰਾਹਮਣ ਤੇ ਕਿਰਪਾ ਪ੍ਰਕਾਸ਼ ਕੀਤੀ ਪ੍ਰਗਟ ਕੀਤੀ ਹੈ। ਇੱਕ ਦਿਨ ਸ਼ੁਭ ਉਪਦੇਸ਼ ਬਤਾਇਓ। ਗਰੀਬ ਨਵਾਜ ਨੇ ਆਪਦੇ ਪਾਸ ਸੱਦ ਕੇ ਇਸ ਬ੍ਰਾਹਮਣ ਗੰਗਾ ਰਾਮ ਨੂੰ ਸ਼ੁਭ ਸਿੱਖਿਆ ਉਪਦੇਸ਼ ਬਖਸ਼ਿਆ ਹੈ। ਸਤਿਨਾਮ ਸਿਮਰਨ ਲਿਵ ਲਾਇਓ। ਮਹਾਰਾਜ ਨੇ ਦੀ ਲਿਵ ਜੋੜ ਦਿੱਤੀ ਸੱਚੇ ਨਾਮ ਨਾਲ। ਵਾਹਿਗੁਰੂ 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 ਵਾਹਿਗੁਰੂ। ਇਸ ਪਾਵਨ ਪਵਿੱਤਰ ਗੁਰ ਮੰਤਰ ਦੇ ਨਾਲ ਸਤਿਗੁਰਾਂ ਨੇ ਦੀ ਲਿਵ ਜੋੜ ਦਿੱਤੀ ਹੈ। ਸਿੱਧਾ ਆਨ ਖਰੀ ਕਰ ਜੋਰ। ਤੇ ਜਿਵੇਂ ਫਿਰ ਜਿਹੜਾ ਗੰਗਾ ਰਾਮ ਬ੍ਰਾਹਮਣ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਦਾ ਰਿਹਾ ਤੇ ਜਿਹੜੀਆਂ ਸਿੱਧੀਆਂ ਹੁੰਦੀਆਂ ਸਾਧ ਸੰਗਤ ਜੀ 9 ਨਿਧੀਆਂ 18 ਸਿੱਧੀਆਂ ਰਿੱਧੀਆਂ ਇਹ ਸਾਰੀਆਂ ਹੀ ਹੌਲੀ ਹੌਲੀ ਬ੍ਰਾਹਮਣ ਵੇਖਦਾ ਵੀ ਇਹਦੇ ਖੱਬੇ ਸੱਜੇ ਹੱਥ ਜੋੜ ਕੇ ਖੜੀਆਂ, ਭਾਵ ਵੀ ਉਹ ਜਿਹੜਾ ਬਚਨ ਮੂੰਹੋਂ ਕਰਦਾ ਉਹੀ ਪੂਰਾ ਹੋਣ ਲੱਗ ਗਿਆ। ਇਹ ਨਾਮ ਦੀ ਬਰਕਤ ਹੈ। ਵਾਹਿਗੁਰੂ ਮੰਤਰ ਪੜ੍ਹ ਕੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਫਿਰ ਉਹ ਬਾਣੀ ਪੜ੍ਹਨ ਵਾਲਾ ਹੋਣ ਕਰਕੇ ਜਿਹੜੀ ਵੀ ਗੱਲ ਮੂੰਹ ਕਰਦਾ ਬ੍ਰਾਹਮਣ ਗੰਗਾ ਰਾਮ ਉਹ ਪੂਰੀ ਹੋਣ ਲੱਗੀ। ਤੇ ਸਾਰੇ ਪਾਸੇ ਇਹ ਵੇਖਦਾ ਵੀ ਮੇਰੇ ਰਿੱਧੀਆਂ ਸਿੱਧੀਆਂ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਤੋ ਇਹੋ ਜਿਹੀ ਦਾਤ ਸੱਚੇ ਪਾਤਸ਼ਾਹ ਜੀਆਂ ਬਖਸ਼ਿਸ਼ ਕੀਤੀ ਹੈ। ਭਇਓ ਸਿੱਧ ਸਤਿਗੁਰ ਕੇ ਜੋਰ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਦਇਆ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਦੇ ਬਲ ਦੇ ਨਾਲ ਇਹ ਗੰਗਾ ਰਾਮ ਬ੍ਰਾਹਮਣ ਇੱਕ ਵਪਾਰੀ ਸੀ ਜਿਹੜਾ ਵਪਾਰ ਬਿਰਤੀ ਰੱਖਣ ਵਾਲਾ ਕਾਰੋਬਾਰੀ ਸੰਸਾਰੀ ਮਨੁੱਖ। ਸੱਚੇ ਪਾਤਸ਼ਾਹ ਜੀ ਇਹੋ ਜਿਹੀ ਦਇਆ ਕੀਤੀ ਤੇ ਇਹ ਸਾਧ ਸੰਗਤ ਜੀ ਬੜਾ ਸਿੱਧ ਪੁਰਸ਼ ਹੋਇਆ, ਪੁੱਜਿਆ ਹੋਇਆ, ਬੜਾ ਪਹੁੰਚਿਆ ਹੋਇਆ ਸਿੱਖ ਬ੍ਰਹਮ ਗਿਆਨੀ ਬਣਿਆ ਹੈ। ਸ਼੍ਰੀ ਅੰਮ੍ਰਿਤ ਸਰਕਾਰ ਕਰੰਤਾ। ਸਾਰਾ ਕੁਝ ਗੁਰੂ ਘਰੋਂ ਮਿਲ ਗਿਆ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਬਿਰਤੀ ਟਿਕ ਗਈ, ਫੇਰ ਵੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਦਾ, ਟੋਕਰੀ ਢੋਂਦਾ ਹੈ। ਭਇਓ ਵਿਸਾਲੈ ਸ਼ਕਤ ਤਰੰਤਾ। ਤੇ ਹੌਲੀ ਹੌਲੀ ਜਿਵੇਂ ਸੇਵਾ ਕਰਦਾ ਤੇ ਬੜੀਆਂ ਸ਼ਕਤੀਆਂ ਦੇ ਵਿੱਚ ਪ੍ਰਵੇਸ਼ ਕਰਨ ਲੱਗੀਆਂ, ਬੜੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਬਣਨ ਲੱਗਿਆ ਹੈ। ਪੁਨ ਸ਼੍ਰੀ ਗੁਰ ਨੇ ਰੁਖ ਸਦ ਕਰਿਓ। ਤੇ ਫਿਰ ਸੱਚੇ ਪਾਤਸ਼ਾਹ ਜੀ ਇੱਕ ਦਿਨ ਆਪਦੇ ਪਾਸ ਬੁਲਾ ਕੇ ਇਹਨੂੰ ਤੋਰ ਦਿੱਤਾ ਵੀ ਭਾਈ ਹੁਣ ਤੂੰ ਜਾ ਕੇ ਆਪਦੇ ਇਲਾਕੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰ। ਬਠਿੰਡੇ ਮਾਲਵੇ ਜੰਗਲ ਦੇਸ਼ ਵਿੱਚ। ਤੋ ਮਹਾਰਾਜ ਨੇ ਇਹਨੂੰ ਅੰਮ੍ਰਿਤਸਰ ਸਾਹਿਬ ਤੋਂ ਵਿਦਾ ਕਰ ਦਿੱਤਾ ਹੈ। ਮਾਨ ਹੁਕਮ ਪਦ ਪਰ ਸਿਰ ਧਰਿਓ। ਤੇ ਫਿਰ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ। ਇਹ ਪਹਿਲਾਂ ਮਹਾਰਾਜ ਕਹਿੰਦੇ ਤੂੰ ਚਲਾ ਜਾ, ਜਦੋਂ ਆਇਆ ਸੀ ਇਹ ਕਹਿੰਦਾ ਨਹੀਂ ਮਹਾਰਾਜ ਤੁਹਾਡੇ ਚਰਨਾਂ 'ਚ ਹੀ ਰਹਿਣਾ। ਤੇ ਹੌਲੀ ਹੌਲੀ ਫਿਰ ਪਤਾ ਲੱਗਿਆ ਵੀ ਮਹਾਰਾਜ ਜੇ ਦੂਰ ਵੀ ਭੇਜ ਦੇਣ ਸੱਚੇ ਪਾਤਸ਼ਾਹ ਦੇ ਹੁਕਮ ਮੰਨਣ ਵਿੱਚ ਹੀ ਸਾਰਾ ਕੁਝ ਹੈ।
ਤੇ ਮਹਾਰਾਜ ਨੇ ਇੱਕ ਵਾਰੀ ਆਖਿਆ ਵੀ ਬ੍ਰਾਹਮਣ ਜੀ ਹੁਣ ਤੁਸੀਂ ਚਲੇ ਜਾਓ ਇੱਥੋਂ, ਆਪਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਸਤ ਬਚਨ ਮਹਾਰਾਜ। ਝੱਟ ਹੀ ਇਹ ਬ੍ਰਾਹਮਣ ਮਹਾਰਾਜ ਦਾ ਬਚਨ ਮੰਨ ਗਿਆ ਹੈ। ਨਗਰ ਬਠਿੰਡੇ ਕੋ ਚਲ ਆਇਓ। ਤੇ ਜਿਹੜਾ ਇਹ ਬਠਿੰਡੇ ਸ਼ਹਿਰ ਦਾ ਰਹਿਣ ਵਾਲਾ ਗੰਗਾ ਰਾਮ ਬ੍ਰਾਹਮਣ ਆਪਣੇ ਨਗਰ ਵਿੱਚ ਮੁੜ ਆਇਆ ਹੈ। ਭਇਓ ਮਸਤ ਮਨ ਪਰਮ ਮਿਟਾਇਓ। ਹੁਣ ਉਹ ਬ੍ਰਾਹਮਣ ਜਿਹੜਾ ਕਦੇ ਸਾਧ ਸੰਗ ਜੀ ਬਾਜਰਾ ਵੇਚਣ ਵਾਸਤੇ ਬਠਿੰਡਿਓਂ ਨਿਕਲਿਆ ਸੀ, ਤੇ ਅੱਜ ਉਹ ਬ੍ਰਾਹਮਣ ਜਦੋਂ ਮੁੜਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੋਂ ਸੇਵਾ ਸਿਮਰਨ ਸੰਗਤ ਕਰਕੇ, ਤੇ ਪਹਿਲਾਂ ਵਾਲਾ ਲੱਗਦਾ ਹੀ ਨਹੀਂ। ਮਨ ਦੇ ਸਾਰੇ ਭਰਮ ਮਿਟੇ ਹੋਏ ਹੈ, ਤੇ ਮਨ ਐਨ ਇਹਦਾ ਮਸਤ ਹੈ, ਗੁਰਬਾਣੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਉਤਰਿਓ ਰੰਗ ਤੋ ਜਗ ਕਾਚੋ। ਜਿਹੜਾ ਸੰਸਾਰ ਦਾ ਬਿਹਾਰਾਂ ਵਾਲਾ ਵਿਸ਼ੇ ਵਿਕਾਰਾਂ ਵਾਲਾ ਕੱਚਾ ਰੰਗ ਹੈ ਨਾ, ਉਹ ਸਾਰਾ ਹੀ ਉਤਰ ਗਿਆ ਸੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰ ਕਰਕੇ। ਸਤਿ ਨਾਮ ਰਾਚਿਓ ਰੰਗ ਸਾਚੋ। ਤੇ ਜਿਹੜਾ ਸੱਚਾ ਰੰਗ ਹੈ ਨਾ, ਸੱਚੇ ਪਾਤਸ਼ਾਹ ਦੇ ਘਰ ਦਾ ਮਜੀਠੜਾ ਰੰਗ, ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸੱਚਾ ਨਾਮ ਜਿਹੜਾ ਉਹ ਰਚਿਆ ਹੋਇਆ ਇਹਦੇ ਹੱਡਾਂ ਵਿੱਚ, ਇਹਦੀ ਆਤਮਾ ਦੇ ਵਿੱਚ ਰਚਿਆ ਹੋਇਆ ਹੈ। ਫੇਰ ਲੋਕ ਮਨ ਬਿਸਮਤ ਹੋਏ। ਤੇ ਜਦੋਂ ਇਹ ਆਪਣੇ ਨਗਰ ਵਿੱਚ ਆਇਆ, ਬਠਿੰਡੇ ਦੇ ਲੋਕ ਵੇਖ ਵੇਖ ਕੇ ਗੰਗਾ ਰਾਮ ਬ੍ਰਾਹਮਣ ਨੂੰ ਹੈਰਾਨ ਹੁੰਦੇ ਆ ਵੀ ਇਹ ਲੱਗਦਾ ਹੀ ਨਹੀਂ ਵੀ ਉਹ ਗੰਗਾ ਰਾਮ ਬ੍ਰਾਹਮਣ ਹੈ, ਮੂੰਹ ਸਿਰ ਸਰੀਰ ਉਹੀ ਹੈ, ਪਰ ਇਹਦਾ ਸੁਭਾਅ ਨਹੀਂ ਉਹ ਲੱਗਦਾ, ਇਹਦਾ ਬੋਲ ਚਾਲ ਉਹ ਨਹੀਂ ਲੱਗਦਾ, ਇਹਦੀ ਚਾਲ ਢਾਲ ਉਹ ਨਹੀਂ ਲੱਗਦਾ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਇਹੋ ਜਿਹਾ ਰੰਗ ਮਹਾਰਾਜੀਆਂ ਲਾਇਆ। ਬਠਿੰਡੇ ਦੇ ਲੋਕ ਸਾਰੇ ਹੀ ਵੇਖ ਵੇਖ ਕੇ ਹੈਰਾਨ ਹੁੰਦੇ ਆ। ਕਰਤ ਆਦਾਬ ਅਧਿਕ ਸਭ ਕੋਏ। ਤੇ ਇਸ ਬ੍ਰਾਹਮਣ ਦਾ ਹੁਣ ਸਾਰਾ ਨਗਰ ਬਠਿੰਡਾ ਅਦਬ ਕਰਦਾ, ਬੜਾ ਸਤਿਕਾਰ ਕਰਦਾ ਹੈ। ਵਹਿਰ ਨਗਰ ਤੇ ਬੈਠਿਓ ਰਹਾ। ਹੁਣ ਨਗਰ ਵਿੱਚ ਕਾਹਲਾ ਪੈਂਦਾ, ਜਦੋਂ ਜਿੱਥੇ ਬਾਹਲਾ ਇਕੱਠ ਹੁੰਦਾ ਫਿਰ ਉੱਥੇ ਮਨ ਕਾਹਲਾ ਪੈਂਦਾ ਇਹੋ ਜਿਹੇ ਗੁਰਮੁਖਾਂ ਦਾ। ਤੇ ਫਿਰ ਇਕੱਠ ਨੂੰ ਛੱਡ ਕੇ ਨਾ ਤੇ ਦੂਰ ਨਗਰ ਦੇ ਬਾਹਰ ਜਾ ਕਰਕੇ ਬੈਠਾ ਰਹਿੰਦਾ ਹੈ। ਫੁਰ ਹੈ ਬਚਨ ਜੈਸੋ ਕਿਸ ਕਹੈ। ਤੇ ਜੇ ਕਿਸੇ ਨੂੰ ਇਹ ਗੰਗਾ ਰਾਮ ਜੀ ਪੰਡਤ ਜੀ ਬਚਨ ਕਰ ਦਿੰਦੇ, ਉਹੀ ਬਚਨ ਉਹਦਾ ਪੂਰਾ ਹੋਣ ਲੱਗਦਾ, ਉਹੀ ਬਚਨ ਫੁਰ ਜਾਂਦਾ ਹੈ। ਪ੍ਰੋਹਤ ਧਰਮ ਛੋਰ ਲਿਖ ਦੀਨੋ। ਤੇ ਇਹਨੇ ਜਿਹੜਾ ਪ੍ਰੋਤਪੁਣਾ ਕਰਦਾ ਸੀ ਨਾ ਘਰਾਂ ਦੇ ਵਿੱਚ, ਜਿਵੇਂ ਪੂਜਾ ਪਾਠ ਕਰਨੀ, ਕਿਸੇ ਜੰਮੇ ਦੇ ਮਰੇ ਦੇ ਪ੍ਰੋਤਪੁਣਾ ਕਰਦਾ ਸੀ ਇਹ ਗੰਗਾ ਰਾਮ, ਉਹ ਪ੍ਰੋਤਪੁਣਾ ਇਹਨੇ ਆਪਦੇ ਕਿਸੇ ਹੋਰ ਨੂੰ ਲਿਖ ਕੇ ਦੇ ਦਿੱਤਾ ਵੀ ਮੈਂ ਅੱਜ ਤੋਂ ਛੱਡਿਆ। ਪ੍ਰੋਤਪੁਣੇ ਦਾ ਕੰਮ ਜਿਹੜਾ ਇਹਨੇ ਛੱਡ ਦਿੱਤਾ ਹੈ, ਲਿਖ ਦਿੱਤਾ ਹੋਰ ਕਿਸੇ ਨੂੰ। ਅਪਰ ਵਿਪਰ ਕੋ ਤਿਸ ਮੈਂ ਕੀਨ। ਤੇ ਇਸ ਨੇ ਹੋਰ ਕਿਸੇ ਬ੍ਰਾਹਮਣ ਨੂੰ ਕਰ ਦਿੱਤਾ। ਇਹ ਸਾਧ ਸੰਗਤ ਦੀ ਮਰਿਆਦਾ ਹੈ ਬ੍ਰਾਹਮਣਾਂ ਦੇ ਆਪਦੇ ਇਹਨਾਂ ਦੇ ਵਿੱਚ, ਵੀ ਜਿੰਨਾ ਸਮਾਂ ਉਹ ਇੱਕ ਬ੍ਰਾਹਮਣ ਜਿਹੜਾ ਪਰਿਵਾਰ ਕਰਦਾ ਪ੍ਰੋਤਪੁਣ ਉਹੀ ਕਰੂਗਾ, ਦੂਜਾ ਕੋਈ ਬ੍ਰਾਹਮਣ ਜਾਤੀ ਦਾ ਨਹੀਂ ਕਰ ਸਕਦਾ। ਫਿਰ ਉਹ ਜਦੋਂ ਕਿਸੇ ਦੂਜੇ ਨੂੰ ਲਿਖ ਕੇ ਦੇਵੇਗਾ, ਉਹ ਫਿਰ ਪ੍ਰੋਤਪੁਣਾ ਕਰ ਸਕਦਾ ਸੀ ਉਹਨਾਂ ਘਰਾਂ ਵਿੱਚ, ਉਹਨਾਂ ਨਗਰਾਂ ਵਿੱਚ। ਤੇ ਇਹਨੇ ਉਸ ਆਪਣੇ ਨਗਰ ਦਾ ਸਾਰਾ ਪ੍ਰੋਤਪੁਣਾ ਛੱਡ ਕੇ ਕਿਸੇ ਹੋਰ ਬ੍ਰਾਹਮਣ ਨੂੰ ਲਿਖ ਦਿੱਤਾ ਹੈ ਵੀ ਅੱਜ ਤੋਂ ਇਸ ਨਗਰ ਦਾ ਪ੍ਰੋਤ ਇਹ ਫਲਾਣਾ ਹੋਵੇਗਾ। ਨਿਜ ਪੁੱਤਰਨ ਤੇ ਦਇਓ ਛੁਟਾਈ। ਤੇ ਆਪਦੇ ਪੁੱਤਰਾਂ ਤੋਂ ਵੀ ਇਹ ਸਾਰਾ ਕਿਰਿਆ ਜਿਹੜੀ ਪ੍ਰੋਤਪੁਣੇ ਦੀ ਛਡਾ ਦਿੱਤੀ ਹੈ। ਕੇਵਲ ਸਤ ਨਾਮ ਲਿਵ ਲਾਈ। ਤੇ ਕਹਿੰਦਾ ਆਪਦੇ ਦਸਾਂ ਨੋਹਾਂ ਦੀ ਕੋ ਹੋਰ ਕਿਰਤ ਕਰੋ, ਤੇ ਕੇਵਲ ਵਾਹਿਗੁਰੂ ਵਾਹਿਗੁਰੂ ਦੇ ਨਾਮ ਵਿੱਚ ਆਪਦੀ ਲਿਵ ਜੋੜ ਲਈ ਹੈ। ਤਹਾਂ ਰਹਿਤ ਖੱਤਰੀ ਜੁਗ ਭਰਾਤਾ। ਤੋ ਕਵੀ ਜੀ ਕਹਿੰਦੇ ਥੇ ਬਠਿੰਡੇ ਵਿੱਚ ਹੀ ਇੱਕ ਖੱਤਰੀ ਕੁਲ ਦੇ ਵਿੱਚ ਦੋ ਭਾਈ ਰਹਿੰਦੇ, ਸਕੇ ਭਰਾ ਹਨ। ਧਨੀ ਅਧਿਕ ਜਗ ਮਹਿ ਬਖਿਆਤਾ। ਸੰਸਾਰ ਵਿੱਚ ਬੜੇ ਪ੍ਰਗਟ, ਬੜਾ ਕਾਰੋਬਾਰ ਸੀ ਇਹਨਾਂ ਦਾ, ਬੜੇ ਵੱਡੇ ਵਪਾਰੀ ਸ਼ਾਹੂਕਾਰ ਸਨ, ਬੜੇ ਧਨੀ ਮਾਇਆ ਵਾਲੇ ਹਨ। ਜੇਸ਼ਟ ਵਿਧੀ ਚੰਦ ਹੈ ਨਾਮੋ। ਤੇ ਵੱਡਾ ਵਿਧੀ ਚੰਦ, ਇੱਕ ਉਹ ਦੋ ਭਰਾ ਖੱਤਰੀ ਜਾਤ ਚੋਂ ਕੁਲ ਚੋਂ ਜਿਨ੍ਹਾਂ ਦਾ ਬੜਾ ਵੱਡਾ ਕਾਰੋਬਾਰ, ਵੱਡੇ ਦਾ ਨਾਮ ਵਿਧੀ ਚੰਦ ਹੈ। ਸਿਧੀ ਚੰਦ ਛੋਟੇ ਤੇ ਹਤਾਮੋ। ਤੇ ਛੋਟਾ ਜਿਹੜਾ ਇਹਦੇ ਘਰ ਵਿੱਚ ਇਹ ਤੋਂ ਛੋਟਾ ਭਾਈ ਜਿਹੜਾ ਵਿਧੀ ਚੰਦ, ਤੇ ਛੋਟੇ ਦਾ ਨਾਮ ਸਿਧੀ ਚੰਦ ਹੈ। ਬਾਬਾ ਵਿਧੀ ਚੰਦ ਜੀ ਜਿਹੜੇ ਉਹ ਸਾਧ ਸੰਗਤ ਜੀ ਹੋਰ ਹੋਏ ਸ਼ੀਨਾ ਨਗਰ ਦੇ। ਤੇ ਇਸ ਤਰ੍ਹਾਂ ਇੱਕ ਵਿਧੀ ਚੰਦ ਪਿੱਛੇ ਪ੍ਰਸੰਗ ਵਿੱਚ ਵੀ ਆਪਾਂ ਸੁਣਿਆ, ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ। ਤੇ ਇਹ ਵਿਧੀ ਚੰਦ ਹੋਰ ਸਮਝਣਾ, ਇਹ ਬਠਿੰਡੇ ਦੇ ਵਿੱਚ ਰਹਿਣ ਵਾਲੇ ਦੋ ਭਰਾ, ਵੱਡੇ ਦਾ ਨਾਮ ਵਿਧੀ ਚੰਦ ਹੈ, ਛੋਟੇ ਦਾ ਨਾਮ ਸਿਧੀ ਚੰਦ ਹੈ। ਲਗਨੇ ਸੇਵਾ ਤਿਸ ਕੀ ਠਾਨੀ। ਤੇ ਗੰਗਾ ਰਾਮ ਬ੍ਰਾਹਮਣ ਦਾ ਨਗਰ ਤੋਂ ਬਾਹਰ ਜਾ ਕੇ ਬੈਠੇ ਰਿਹਾ ਕਰਨ, ਸਾਰਾ ਦੇਣੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੇਵਾ ਕੀਤੀ ਜਿਨ੍ਹਾਂ ਨੇ। ਤੇ ਇਹ ਜਿਹੜੇ ਮਹਾਂਪੁਰਸ਼ਾਂ ਦੀ ਫਿਰ ਸੇਵਾ ਵਿੱਚ ਇਹ ਛੋਟਾ ਭਰਾ ਜਿਹੜਾ ਸਿਧੀ ਚੰਦ ਹੈ ਨਾ ਵਿਧੀ ਚੰਦ ਤੋਂ,
ਇਹ ਬਾਬਾ ਗੰਗਾ ਰਾਮ ਜੀ ਦੀ ਸੇਵਾ ਵਿੱਚ ਜਾ ਲੱਗਿਆ ਹੈ। ਖਾਨ ਪਾਨ ਦੇ ਆਏ ਵੀ ਸਮਾਨੀ। ਆਪਦੇ ਘਰ ਵਿੱਚੋਂ ਖਾਣ ਪੀਣ ਵਾਸਤੇ ਇਹ ਰੋਜ਼ ਪ੍ਰਸ਼ਾਦਾ ਸੁਬਾਹ ਦੁਪਹਿਰ ਸ਼ਾਮ ਲੈ ਲੈ ਕੇ ਜਾਂਦਾ ਹੈ। ਉਹਦੀ ਸੇਵਾ ਵਿੱਚ ਲੱਗਿਆ, ਜਿਵੇਂ ਗੰਗਾ ਰਾਮ ਜੀ ਕਹਿੰਦੇ ਆ ਉਹਦੀ ਸੇਵਾ ਵਿੱਚ ਹਾਜ਼ਰ ਹੁੰਦਾ ਸਿੱਧੀ ਚੰਦ, ਤੇ ਉਸੇ ਤਰ੍ਹਾਂ ਹੀ ਸੇਵਾ ਕਰਦਾ, ਆਗਿਆ ਮੰਨਦਾ ਹੈ। ਘਰ ਜੋ ਰਹਿ ਬੈਠਾ ਨਿਤ ਪਾਸ। ਰੋਜ਼ ਉਹਦੇ ਉਪਦੇਸ਼ ਸੁਣਨ ਵਾਸਤੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੋਂ ਭਰ ਕੇ ਆਇਆ ਹੈ ਗੰਗਾ ਰਾਮ ਬ੍ਰਾਹਮਣ, ਉਹਦੀ ਸਿੱਖਿਆ ਲੈਣ ਵਾਸਤੇ, ਉਪਦੇਸ਼ ਲੈਣ ਵਾਸਤੇ ਇਹ ਸਿੱਧੀ ਚੰਦ ਨਾਮ ਦਾ ਖੱਤਰੀ ਰੋਜ਼ ਹੀ ਉਹਦੇ ਪਾਸ ਜਾ ਕੇ ਮਹਾਂਪੁਰਸ਼ਾਂ ਕੋਲ ਬਹਿੰਦਾ ਹੈ। ਜਬ ਕੁਛ ਬਚਨ ਸੋ ਕਰਹਿ ਪ੍ਰਕਾਸ਼। ਤੇ ਜਦੋਂ ਬਾਬਾ ਗੰਗਾ ਰਾਮ ਜੀ ਫਿਰ ਮੁਖੋਂ ਕੋਈ ਬਚਨ ਬੋਲਦੇ, ਪ੍ਰਕਾਸ਼ ਕਰਦੇ ਹਨ, ਤਾਤ ਕਾਲ ਮੰਨਹਿ ਤਿਮ ਕਰੈ। ਇਹ ਸਿੱਧੀ ਚੰਦ ਉਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਦਾ ਬਚਨ ਮੰਨ ਲੈਂਦਾ। ਜਿਵੇਂ ਉਹ ਸੇਵਾ ਲਾਉਂਦੇ ਉਹੀ ਸੇਵਾ ਕਰਨ ਵਿੱਚ ਤਤਪਰ ਹੋ ਜਾਂਦਾ ਹੈ। ਬਿਨ ਆਲਸ ਸੇਵਾ ਤਤਪਰੈ। ਕੋਈ ਆਲਸ ਨਹੀਂ ਕਰਦਾ, ਤਿਆਰ ਬਰ ਤਿਆਰ ਹੋ ਕਰਕੇ ਦਿਨ ਰਾਤ ਸੇਵਾ ਕਰਦਾ ਹੈ। ਬਸਤੁ ਚਿਰ ਅਰਪਹਿ ਟਿਗ ਲਿਆਏ। ਸੋਹਣੀਆਂ ਸੋਹਣੀਆਂ ਵਸਤੂਆਂ ਲਿਆ ਲਿਆ ਕੇ ਨਮਾ ਪੁਰਸ਼ਾ ਗੰਗਾ ਰਾਮ ਜੀ ਨੂੰ ਭੇਟਾ ਕਰਦਾ ਹੈ। ਸਵਾਦਲ ਭੋਜਨ ਦੇ ਤ੍ਰਿਪਤਾਏ। ਤੇ ਆਪਦੇ ਘਰ ਵਿੱਚੋਂ ਸੋਹਣਾ ਭੋਜਨ ਪ੍ਰਸ਼ਾਦਾ ਤਿਆਰ ਕਰ ਕਰਕੇ ਇਹਨਾਂ ਦੀ ਸੇਵਾ ਵਿੱਚ ਲੈ ਕੇ ਆਉਂਦਾ, ਪੇਟ ਪੂਜਾ ਕਰਵਾਉਂਦਾ ਹੈ। ਨਿਜ ਕਰਤੇ ਸੁੰਦਰ ਜਲ ਅੰਨ ਹੈ। ਆਪਦੇ ਘਰ ਵਿੱਚੋਂ ਠੰਡਾ ਜਲ ਲੈ ਲੈ ਕੇ ਆਉਂਦਾ ਹੈ, ਭਾਂਡੇ ਭਰ ਭਰ ਕੇ। ਕਰਨ ਪ੍ਰਸੰਨ ਕਰਾਵਤ ਪੰਨ ਹੈ। ਤੇ ਆ ਉਹਨਾਂ ਮਹਾਂਪੁਰਸ਼ਾਂ ਨੂੰ ਗੰਗਾ ਰਾਮ ਜੀ ਨੂੰ ਲਿਆ ਲਿਆ ਕੇ ਛਕਾਉਂਦਾ ਹੈ, ਤੇ ਨਾਲੇ ਉਹਨਾਂ ਦੀ ਸੇਵਾ ਕਰਦਾ ਹੈ। ਉਹ ਵੀ ਉਹਨਾਂ ਦੀ ਖੁਸ਼ੀ ਲੈਣ ਦੀ ਇੱਛਾ ਰੱਖਦਾ ਹੈ। ਸਿਧੀ ਚੰਦ ਸੇਵਾ ਇਮ ਕਰੈ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ ਸਿੱਧੀ ਚੰਦ ਜੀ ਬਹੁਤ ਸੇਵਾ ਇਸ ਗੰਗਾ ਰਾਮ ਜੀ ਦੀ ਕਰ ਰਹੇ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਹਨ। ਔਰ ਸ਼ਰਧਾ ਨਿਸਬਾ ਸੁਰ ਤਰੈ। ਤੇ ਦਿਨ ਰਾਤ ਹੀ ਇਹਨਾਂ ਮਹਾਂਪੁਰਸ਼ਾਂ ਤੇ ਬੜੀ ਸ਼ਰਧਾ ਰੱਖਦਾ ਹੈ। ਬੀਤ ਗਇਓ ਜਬ ਕੇਤਕ ਕਾਲ। ਤੇ ਕਈ ਸਾਲ ਬੀਤ ਗਏ। ਇਹ ਸਾਧ ਸੰਗਤ ਜੀ ਸਿੱਧੀ ਚੰਦ ਨੇ 12 ਸਾਲ ਬਾਬਾ ਗੰਗਾ ਰਾਮ ਦੀ ਸੇਵਾ ਕੀਤੀ। 12 ਵਰੇ ਜਦੋਂ ਬਤੀਤ ਹੋ ਗਏ ਹਨ ਸੇਵਾ ਕਰਦਿਆਂ। ਸਭ ਤਾਜੋ ਕਾਲੀ ਕਾਲ ਵਿਸਾਲ। ਤੇ ਬੜੀ ਘਾਲਣਾ ਘਾਲੀ ਹੈ, ਬੜੀ ਕਠਿਨ ਸੇਵਾ, ਦਿਨ ਰਾਤ ਲਗਾਤਾਰ ਇਹਦੀ ਹਜ਼ੂਰੀ 'ਚ ਰਹਿ ਕੇ 12 ਵਰੇ ਸੇਵਾ ਕੀਤੀ ਹੈ। ਪੇਖ ਕਰ ਦਿਜ ਬਰ ਗੰਗਾ ਰਾਮ। ਤੇ ਇਹ ਦਿਜ ਗੰਗਾ ਰਾਮ ਜੀ ਇਸ ਸਿੱਧੀ ਚੰਦ ਦੀ ਜਿਹਦੀ ਬਹੁਤ ਸੇਵਾ ਵੇਖ ਕਰਕੇ ਭਇਓ ਪ੍ਰਸੰਨ ਕਿਰਪਾ ਅਭਿਰਾਮ। ਤੇ ਬੜੀ ਕਿਰਪਾ ਕਰਨ ਤੇ ਆਏ, ਬਹੁਤ ਖੁਸ਼ ਪ੍ਰਸੰਨ ਹੋਏ ਹਨ। ਸਿਧੀ ਚੰਦ ਤੂੰ ਸੇਵਾ ਕਰੈ। ਤੇ ਗੰਗਾ ਰਾਮ ਜੀ ਕਹਿੰਦੇ ਹੈ ਸਿੱਧੀ ਚੰਦ ਭਾਈ, ਤੂੰ ਸਾਡੀ ਬਹੁਤ ਪਿਛਲੇ ਸਮੇਂ ਤੋਂ ਸੇਵਾ ਕੀਤੀ ਕਰਦਾ ਹੈ। ਕੌਣ ਮਨੋਰਥ ਮਨ ਮੈਂ ਤਰੈ। ਤੇ ਇਹ ਵੀ ਦੱਸਣਾ ਵੀ 12 ਵਰੇ ਸੇਵਾ ਕੀਤੀ ਹੈ, ਮਨ ਵਿੱਚ ਕੀ ਮਨੋਰਥ ਹੈ, ਕੀ ਇੱਛਾ ਰੱਖ ਕੇ ਸੇਵਾ ਕਰ ਰਿਹਾ ਹੈ। ਸੋ ਅਬ ਹਮਰੇ ਤੀਰਕ ਹੀਜੈ। ਵੀ ਜਿਹੜੀ ਵੀ ਤੇਰੇ ਮਨ ਵਿੱਚ ਇੱਛਾ ਹੈ ਉਹ ਸਾਡੇ ਪਾਸ ਹੁਣ ਕਹਿਣੀ ਕਰ, ਪ੍ਰਗਟ ਕਰਕੇ। ਬਾਛਤ ਹੋਏ ਨਿਸੰਸੈ ਲੀਜੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਇਹੋ ਜੀ ਕੋਈ ਵਸਤੂ ਨਹੀਂ ਤੇਰੀ 12 ਵਰਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਜਿਹੜੀ ਤੇਰੀ ਝੋਲੀ ਵਿੱਚ ਨਾ ਪਾਈਏ। ਸ਼ਰਧਾ ਸੇਵ ਹੇਰ ਕਰ ਤੋਹੀ। ਤੇਰੀ ਸ਼ਰਧਾ ਤੇ ਜਿਹੜੀ 12 ਵਰਿਆਂ ਦੀ ਸੇਵਾ ਵੇਖ ਕਰਕੇ ਅਨਕੰਪਾ ਉਪਜਤ ਹੈ ਮੋਹੀ। ਤੇ ਸਾਡੇ ਹਿਰਦੇ ਵਿੱਚ ਬਹੁਤ ਭਾਰੀ ਕਿਰਪਾ ਪੈਦਾ ਹੋ ਆਈ ਹੈ। ਇਮ ਸੁਨ ਸਿਧੀ ਚੰਦ ਦਿਜ ਬੈਨ। ਇਸ ਤਰ੍ਹਾਂ ਗੰਗਾ ਰਾਮ ਜੀ ਇਹਨਾਂ ਮਹਾਂਪੁਰਖਾਂ ਦੇ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਥਾਪੇ ਹੋਏ ਵਰਸਾਏ ਹੋਏ ਇਹਨਾਂ ਬ੍ਰਹਮ ਗਿਆਨੀ ਗੰਗਾ ਰਾਮ ਜੀ, ਇਹਨਾਂ ਦੇ ਬਚਨ ਜਦੋਂ ਸੁਣੇ ਹੈ ਭਾਈ ਸਿੱਧੀ ਚੰਦ ਨਾਵੇਂ ਸਿੱਖ ਨੇ, ਭਇਓ ਆਨੰਦ ਪ੍ਰਫੁੱਲਿਤ ਨੈਣ। ਤੇ ਬਹੁਤ ਪ੍ਰਫੁੱਲਿਤ ਹੋਏ ਨੈਣ, ਭਾਵ ਨੈਣ ਖਿੜ ਗਏ। ਬੜਾ ਖੁਸ਼ ਹੋਇਆ ਵੀ ਮੇਰੀ ਸੇਵਾ ਨੂੰ ਹੁਣ ਫਲ ਮਿਲਣ ਤੇ ਆਇਆ ਹੈ। ਹਾਥ ਜੋੜ ਕਰ ਕਹਿਓ ਅਗਾਰੀ। ਤੇ ਬਾਬਾ ਗੰਗਾ ਰਾਮ ਜੀ ਨੂੰ ਹੱਥ ਜੋੜ ਕਰਕੇ ਇਹ ਜਿਹੜਾ ਸਿੱਧੀ ਚੰਦ ਬੋਲਿਆ ਹੈ, ਜੇ ਅਬ ਰਾਵਰ ਕਰਣਾ ਤਾਰੀ। ਵੀ ਇਹ ਮਹਾਂਪੁਰਸ਼ੋ ਮਹਾਤਮਾ ਜੀ, ਜੇ ਹੁਣ ਤੁਸੀਂ ਮੇਰੀ ਸੇਵਾ ਵੇਖ ਕੇ ਪ੍ਰਸੰਨ ਹੋਏ ਹੋ ਤੇ ਜੇ ਮੇਰੇ ਤੇ ਕਿਰਪਾ ਧਾਰੀ ਹੋਈ ਹੈ, ਪੁੱਤਰ ਨਹੀਂ ਉਪਜਤ ਕਰ ਮੇਰੇ। ਤੇ ਮਹਾਰਾਜ ਬੜੇ ਸਮੇਂ ਹੋ ਗਏ ਵੀ 12 ਸਾਲ ਤਾਂ ਤੁਹਾਡੀ ਸੇਵਾ ਕੀਤੀ ਤੋਂ, ਇਦੋਂ ਪਹਿਲਾਂ ਤੋਂ ਮਹਾਰਾਜ ਬੜੇ ਸਮੇਂ ਤੋਂ ਮੇਰੇ ਘਰ ਵਿੱਚ ਕੋਈ ਔਲਾਦ ਨਹੀਂ ਹੈ,
ਕੋਈ ਪੁੱਤਰ ਨਹੀਂ ਪੈਦਾ ਹੋਇਆ ਹੈ। ਹਾਰੇ ਕਰ ਉਪਚਾਰ ਤੇ ਕਨੇਰੇ। ਮੈਂ ਬੜੇ ਉਪਚਾਰ ਇਲਾਜ ਕਰਾ ਕਰਾ ਕੇ ਪੀਰਾਂ ਫਕੀਰਾਂ ਨੂੰ ਮਨ ਮਨ ਕੇ ਹਾਰ ਚੁੱਕਿਆ ਹਾਂ। ਸਿੱਧ ਸਪੂਤ ਦੀਜੀਏ ਮੋਹੀ। ਤੇ ਇਹ ਮਹਾਂਪੁਰਸ਼ੋ, ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰੋਂ ਵਰਸਾਏ ਹੋਏ ਮਹਾਂਪੁਰਸ਼ ਹੋ, ਕਿਰਪਾ ਕਰੋ ਆਪ ਜੀ ਕੋਈ ਇਹੋ ਜਿਹੀ ਦਾਤ ਬਖਸ਼ੋ ਵੀ ਕੋਈ ਪੂਰਾ ਸਿੱਧ ਗੁਰੂ ਕੀ ਕਲਾ ਵਾਲਾ ਕੋਈ ਸਿੱਧ ਪੁਰਸ਼ ਸਿੱਖ ਜਿਹੜਾ ਨਾ ਉਹ ਮੇਰੇ ਘਰ ਵਿੱਚ ਜਨਮ ਲਵੇ। ਬਚਨ ਆਪ ਕੇ ਤੇ ਸਭ ਹੋਈ। ਕਿਉਂਕਿ ਇਹ ਕਾਰਜ ਜਿਹੜਾ ਤੁਹਾਡੇ ਬਚਨਾਂ ਤੋਂ ਹੀ ਸਫਲਾ ਹੋ ਸਕਦਾ ਹੈ। ਸੁਣ ਕੇ ਦਿਜ ਬਰ ਗੰਗਾ ਰਾਮ। ਕਵੀ ਜੀ ਕਹਿੰਦੇ ਸੁਣ ਕੇ ਗੰਗਾ ਰਾਮ ਬ੍ਰਾਹਮਣ ਨੇ ਇਸ ਸਿਧੀ ਚੰਦ ਨਾਵੇਂ ਇਸ ਜਿਹੜੇ ਪ੍ਰਾਣੀ ਦੀ ਗੱਲ ਸੁਣ ਕਰਕੇ ਗੁਰ ਕੋ ਸਿੱਖ ਔਰ ਬ੍ਰਿਤ ਅਭਿਰਾਮ। ਤੇ ਜਾਣਿਆ ਵੀ ਇਹ ਗੁਰੂ ਕਾ ਸਿੱਖ ਜਿਹੜਾ ਹੈ ਸੁੰਦਰ ਹਿਰਦੇ ਵਾਲਾ, ਜੋ ਪੁੱਤਰ ਦਾਸ ਕੇ ਲਖਿਓ ਨ ਧਾਮ। ਤੇ ਇਸ ਤਰ੍ਹਾਂ ਜਾਣਿਆ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਤੇ ਸ਼ਰਧਾ ਰੱਖਣ ਵਾਲਾ ਹੈ। ਤੇ ਇਹਦੇ ਘਰ ਵਿੱਚ ਕੋਈ ਹੁਣ ਪੁੱਤਰ ਨਹੀਂ ਹੈ, ਗੁਰੂ ਘਰ ਤੇ ਸ਼ਰਧਾ ਰੱਖਣ ਵਾਲਾ ਇਹ ਸਿਧੀ ਚੰਦ ਸਿੱਖ ਹੈ। ਸਰਧਾ ਸਹਿਤ ਰਹਿਤ ਨਿਤ ਸ਼ਾਮ। ਤੇ ਦਿਨ ਰਾਤ ਹੀ ਸ਼ਰਧਾ ਰੱਖਣ ਵਾਲਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਉੱਪਰ। ਸੁਤ ਉਪਜਹਿ ਬੁੱਧ ਜੁਤ ਬਡ ਸਿੱਧ। ਤੇ ਇਹਨਾਂ ਫਿਰ ਗੰਗਾ ਰਾਮ ਜੀਆਂ ਬਚਨ ਕੀਤਾ ਕਿ ਇਹ ਸਿਧੀ ਚੰਦ ਭਾਈ ਤੇਰੇ ਘਰੇ ਪੁੱਤਰ ਪੈਦਾ ਹੋਵੇਗਾ, ਤੇ ਹੋਵੇਗਾ ਵੀ ਜਿਹਦੀ ਬਹੁਤ ਬੁੱਧ ਹੋਵੇਗੀ, ਬੜਾ ਤੇਜ ਬੁੱਧ ਵਾਲਾ, ਬੜਾ ਸਿੱਧ ਜਤੀ ਪੁਰਖ ਹੋਵੇਗਾ। ਹੋਵਹਿ ਜਗਤ ਵਿਸ਼ਾਲ ਪ੍ਰਸਿੱਧ। ਤੇ ਉਹ ਸਾਰੇ ਸੰਸਾਰ ਦੇ ਵਿੱਚ ਬਹੁਤ ਪ੍ਰਸਿੱਧ ਮਹਾਂਪੁਰਖ ਹੋਵੇਗਾ ਜਿਹੜਾ ਤੇਰੇ ਘਰ ਵਿੱਚ ਜਨਮ ਲਵੇਗਾ। ਜਨਮਤ ਹੀ ਅਚਰਜ ਦਿਖਰਾਵਹਿ। ਤੇ ਜਦੋਂ ਜੰਮੇਗਾ ਉਦੋਂ ਹੀ ਅਚਰਜ ਕੌਤਕ ਵਿਖਾਉਣੇ ਸ਼ੁਰੂ ਕਰ ਦੇਵੇਗਾ, ਕਰਾਮਾਤਾਂ ਦੇ ਨਾਲ ਭਰਪੂਰ ਹੋਵੇਗਾ। ਬੰਦਹਿ ਚਰਨ ਜੁਹੇਰਨ ਆਵਹਿ। ਤੇ ਜਿਹੜਾ ਵੀ ਇਹਨੂੰ ਵੇਖਣ ਆਏ ਕਰੇਗਾ ਉਹ ਵੇਖ ਕੇ ਉਦੋਂ ਤੋਂ ਰਿਹਾ ਨਹੀਂ ਜਾਵੇਗਾ, ਹੱਥ ਜੋੜਿਆ ਕਰੇਗਾ, ਇਹਦੇ ਚਰਨੀ ਡਿੱਗਿਆ ਕਰਨਗੇ ਸਾਰੇ। ਦੋਹਰਾ ਸਵਾ ਗਿਲਸ਼ਤ ਪ੍ਰਮਾਨ ਕੀ। ਤੇ ਫਿਰ ਦੱਸਿਆ ਇਹ ਬਾਬਾ ਗੰਗਾ ਰਾਮ ਜੀ ਕਹਿੰਦੇ ਸਿਧੀ ਚੰਦ ਇੱਕ ਹੋਰ ਨਿਸ਼ਾਨੀ ਸੁਣ, ਜਿਹੜਾ ਤੇਰੇ ਘਰ ਵਿੱਚ ਬੱਚਾ ਜਨਮ ਲਵੇਗਾ ਨਾ, ਉਹਦੇ ਸਵਾ ਗਿੱਠ, ਜਿਵੇਂ ਆ 9 ਇੰਚ ਦੀ ਆਪਾਂ ਚੀਚੀ ਤੋਂ ਲੈ ਕੇ ਅੰਗੂਠੇ ਤੱਕ ਗਿੱਠ ਗਿਣਦੇ ਆ, ਤੇ 4 ਉਂਗਲਾਂ ਹੋਰ, ਸਵਾ ਗਿੱਠ ਇਹਦਾ ਪ੍ਰਮਾਣ ਜਾਣਨਾ ਕਰ। ਚੋਟੀ ਕੇ ਸਿਰ ਕੇਸ। ਉਹਦੇ ਜੰਮਦੇ ਦੇ ਸਵਾ ਗਿੱਠ ਜਿਹੜੇ ਨਾ ਸਿਰ ਤੇ ਕੇਸ ਹੋਣਗੇ। ਇਹ ਤੈਨੂੰ ਅਸੀਂ ਮਹਾਂਪੁਰਖ ਦੀ ਉਹਦੀ ਨਿਸ਼ਾਨੀ ਦੱਸਦੇ ਵੀ ਜਿਹੜਾ ਤੇਰੇ ਘਰ ਵਿੱਚ ਜੰਮੇਗਾ ਉਹਦੇ ਸਿਰ ਵਿੱਚ ਸਵਾ ਗਿੱਠ ਜੰਮਦੇ ਦੇ ਕੇਸ ਹੋਵਣਗੇ। ਅਤ ਸੁਪੇਦ ਜੁਤ ਜਨਮ ਹੈ। ਤੇ ਫਿਰ ਕੇਸ ਵੀ ਚਿੱਟੇ, ਸਫੈਦ ਕੇਸ ਚਿੱਟੇ, ਜਿਹੜੇ ਧੌਲ ਧਾਰ ਚਿੱਟੇ ਕੇਸ ਹੋਣਗੇ, ਸਵਾ ਗਿੱਠ ਕੇਸ ਜੰਮਦੇ ਦੇ ਸਿਰ ਵਿੱਚ ਹੋਣਗੇ ਜਿਹੜਾ ਤੇਰੇ ਘਰ ਵਿੱਚ ਜਨਮ ਲਵੇਗਾ। ਆਸ ਹੋਏ ਸਿੱਧ ਵਿਸ਼ੇਸ਼। ਤੇ ਇਹੋ ਜਿਹਾ ਵਿਸ਼ੇਸ਼ ਸਿੱਧ ਮਹਾਂਪੁਰਖ ਜਿਹੜਾ ਜਨਮੇਗਾ ਛੇਤੀ ਹੀ। ਬੰਸ ਵਿਭੂਖਣ ਸੰਤ ਸ਼ੁਭ। ਤੇ ਤੇਰੀ ਵੰਸ਼ ਦਾ ਉਹ ਵਿਭੂਖਣ ਗਹਿਣਾ ਹੋਵੇਗਾ, ਸ਼੍ਰੇਸ਼ਟ ਸੰਤ ਮਹਾਂਪੁਰਖ ਹੋਵੇਗਾ। ਦੀਰਘ ਪਰ ਉਪਕਾਰ। ਤੇ ਇਹ ਸੰਸਾਰ ਤੇ ਬੜੇ ਵੱਡੇ ਵੱਡੇ ਪਰ ਉਪਕਾਰ ਕਰਿਆ ਕਰੇਗਾ। ਸ੍ਰੀ ਅਰਜਨ ਕੀ ਕਿਰਪਾ ਤੇ। ਹਾਂ ਹੇ ਸਿਧੀ ਚੰਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਕਿਰਪਾ ਦੇ ਸਦਕਾ ਹੀ ਉਪਜਹਿ ਪੁੱਤਰ ਤੁਮਾਰ। ਤੇਰੇ ਘਰ ਦੇ ਵਿੱਚ ਇੱਕ ਇਹੋ ਜਿਹਾ ਸੰਤ ਮਹਾਂਪੁਰਖ ਜਤੀ ਪੁਰਖ ਜਿਹੜਾ ਜਨਮ ਲਵੇਗਾ, ਜਿਸ ਕੋ ਮਨ ਦੇਸ਼ ਬਹਾ। ਜਿਸ ਨੂੰ ਇਹ ਸਾਰਾ ਮਾਲਵਾ ਦੇਸ਼ ਜਿਹੜਾ ਨਾ ਸਾਰਾ ਹੀ ਉਹਦੀ ਪੂਜਾ ਕਰਿਆ ਕਰੇਗਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਜਾਣ ਕੇ ਪੂਜਿਆ ਕਰੇਗਾ। ਰਹਿ ਦਾਸ ਕੈ ਪਾਏ। ਤੇ ਸਾਰੇ ਹੀ ਉਹਦੇ ਦਾਸ ਬਣ ਕਰਕੇ ਰਹਿਣਗੇ। ਜਾਂ ਉਹ ਹੋਵੇਗਾ ਤਾਂ ਬ੍ਰਹਮ ਗਿਆਨੀ, ਤੇ ਪਰ ਆਪਦੇ ਆਪ ਨੂੰ ਵੱਡਾ ਨਹੀਂ ਖਵਾਵੇਗਾ, ਗੁਪਤ ਰਿਹਾ ਕਰੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਘਰ ਦਾ ਨਿਮਾਣਾ ਸਿੱਖ ਬਣ ਕੇ ਰਹੇਗਾ। ਮਹਾ ਸ਼ਕਤ ਤਰ ਉਪਜ ਹੈ। ਆ ਤੇਰੇ ਘਰ ਵਿੱਚ ਮਹਾਨ ਸ਼ਕਤੀਆਂ ਦੇ ਸਹਿ ਤੋਂ ਪੈਦਾ ਹੋਵੇਗਾ। ਲਿਹੋ ਸੇਵਾ ਫਲ ਪਾਏ। ਇਹ ਸਿਧੀ ਚੰਦ ਲੈ ਆਪਦੀ ਸੇਵਾ ਦਾ ਫਲ ਜਿਹੜਾ ਨਾ ਹੁਣ ਸਾਡੇ ਪਾਸੋਂ ਲੈ ਲੈ। ਪੁੱਤਰ ਦੀ ਇੱਛਾ ਰੱਖਦਾ, ਤੇਰੀ ਸੇਵਾ ਤੋਂ ਤਰੁੱਠ ਕੇ ਅਸੀਂ ਜਿਹੜਾ ਹੈ ਉਹ ਪੁੱਤਰ ਦਾ ਵਰਦਾਨ ਦਿੰਦੇ ਹਾਂ। ਪੁੱਤਰ ਵੀ ਇਹੋ ਜਿਹਾ ਹੋਵੇਗਾ ਜਿਹਨੂੰ ਸਾਰੇ ਦਾ ਸਾਰਾ ਸੰਸਾਰ ਵੇਖਣ ਆਵੇਗਾ। ਸਿਧੀ ਚੰਦ ਸੁਨ ਬਾਕੁ ਕੋ। ਇਸ ਤਰ੍ਹਾਂ ਇਹ ਸਿਧੀ ਚੰਦ ਨੇ ਬਾਬਾ ਗੰਗਾ ਰਾਮ ਜੀ ਦੇ ਜਦੋਂ ਇਹੋ ਜਿਹੇ ਸੁੰਦਰ ਬਚਨ ਸੁਣੇ, ਵਰਦਾਨ ਦੇ ਨਾਲ
ਭਰਪੂਰ ਬਚਨ ਸੁਣੇ ਹਨ। ਸੁਦਾ ਸਮਾਨ ਬਿਲੰਦੋ। ਅੰਮ੍ਰਿਤ ਵਰਗੇ ਬਚਨ ਸੁਣ ਕੇ ਤੇ ਸਿਧੀ ਚੰਦ ਬਹੁਤ ਖੁਸ਼ ਹੋਇਆ, ਕਿਉਂਕਿ ਸੰਸਾਰੀ ਜੀਵ ਨੂੰ ਸਾਧ ਸੰਗਤ ਦੀ ਪੁੱਤਰ ਦੀ ਸਦਾ ਇੱਛਾ ਰਹਿੰਦੀ ਹੈ। ਤੋ ਸੰਸਾਰੀ ਜੀਵ ਨੂੰ ਆਪਦੀ ਕਲਿਆਣ ਵਾਸਤੇ, ਕਿਰਿਆਵਾਂ ਵਾਸਤੇ ਪੁੱਤਰ ਦੀ ਇੱਛਾ ਸਾਰੇ ਰੱਖਦੇ ਹੈ। ਤੋ ਇਹ ਸਿਧੀ ਚੰਦ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਤੇ ਸ਼ਰਧਾ ਰੱਖ ਕੇ ਤੇ ਬਾਬਾ ਗੰਗਾ ਰਾਮ ਜੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਅਨਿੰਨ ਭਗਤ ਸੇਵਕ ਹੋਏ, ਜਿਨ੍ਹਾਂ ਨੇ ਮਹਾਰਾਜ ਦੇ ਪਾਸੋਂ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਖੁਦਾਈ ਵੇਲੇ ਟੋਕਰੀ ਢੋਈ ਮਿੱਟੀ ਦੀ ਸੇਵਾ ਕੀਤੀ। ਇਹੋ ਜਿਹੇ ਗੰਗਾ ਰਾਮ ਜੀ ਬ੍ਰਾਹਮਣ, ਇਹਨਾਂ ਨੇ ਫਿਰ ਮੂੰਹੋਂ ਇਹ ਬਚਨ ਕਿਹਾ ਸੀ ਸਿਧੀ ਚੰਦ ਨੂੰ ਵੀ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਏਗਾ, ਚਿਟੇਸ ਹੋਣਗੇ ਤੇ ਸਵਾ ਗਿੱਠ ਜੰਮਦੇ ਦੇ ਕੇਸ ਹੋਣਗੇ। ਸਾਰੇ ਦਾ ਸਾਰਾ ਸੰਸਾਰ ਉਹਨੂੰ ਵੇਖਣ ਆਵੇਗਾ, ਕਿਉਂਕਿ ਅਸਚਰਜ ਹੋਵੇਗਾ ਸਭ ਤੋਂ। ਮੁਖ ਦੇ ਬੋਲ ਉਹਦੇ ਪੂਰੇ ਹੋਇਆ ਕਰਨਗੇ। ਬੰਦਤ ਪਦ ਅਰਬਿੰਦੋ। ਤੇ ਸਾਰੇ ਉਹਦੇ ਚਰਨ ਕਮਲਾਂ ਤੇ ਮੱਥਾ ਟੇਕਣਗੇ। ਇਹ ਸੁਣ ਕੇ ਸਿਧੀ ਚੰਦ ਬੜਾ ਖੁਸ਼ ਹੋਇਆ, ਗੰਗਾ ਰਾਮ ਦੀ ਦੇ ਚਰਨੀ ਮੱਥਾ ਟੇਕਦਾ ਹੈ। ਧਾਰਤ ਹਿਰਦੈ ਆਨੰਦੋ। ਤੇ ਮਨ ਵਿੱਚ ਬੜਾ ਖੁਸ਼ ਹੁੰਦਾ ਵੀ ਮੈਨੂੰ ਵੀ ਨਪੁੱਤਰੇ ਨੂੰ ਹੁਣ ਭਾਗ ਲੱਗ ਜਾਣੇ ਹਨ। ਪੂਰਬ ਸਮ ਸੇਵਤ ਅਧਿਕੋ। ਤੇ ਫਿਰ ਸਾਧ ਸੰਗਤ ਜੀ ਫਿਰ ਵੀ ਬਾਬਾ ਜਿਹੜਾ ਗੰਗਾ ਰਾਮ ਜੀ ਇਹਨਾਂ ਦੀ ਸੇਵਾ ਕਰਦਾ ਰਿਹਾ ਸਿਧੀ ਚੰਦ। ਵੀ ਇਹ ਨਹੀਂ ਵੀ ਵਰਦਾਨ ਮਿਲ ਗਿਆ ਜਿਵੇਂ ਉਹ ਆਪਣੀ ਬਿਰਤੀ ਹੁੰਦੀ ਆ ਨਾ ਕਿ ਕਾਮ ਪਏ ਹਰ ਸਿਮਰੀ ਹੈ, ਵੀ ਜਦੋਂ ਲੋੜ ਹੁੰਦੀ ਆ ਉਦੋਂ ਸਾਧ ਸੰਗਤ ਜੀ ਦੇ ਗੇੜੇ ਤੇ ਗੇੜਾ, ਦੇ ਗੇੜੇ ਤੇ ਗੇੜਾ ਗੁਰੂ ਘਰ। ਤੇ ਜਦੋਂ ਆਪਦਾ ਕੰਮ ਨਿਕਲ ਗਿਆ ਫਿਰ ਸਭ ਜਗ੍ਹਾ ਆਪਣਾ ਇੱਕ ਰਾਮ ਪਰਾਇਆ, ਦਾਤ ਪਿਆਰੀ ਵਿਸਰਿਆ ਦਾ ਤਾਰਾ। ਫਿਰ ਕੋਈ ਨਹੀਂ ਪੁੱਛਦਾ। ਜਦੋਂ ਲੋੜ ਹੁੰਦੀ ਫਿਰ ਮਹਾਰਾਜ ਜਦੋਂ ਅਖੰਡ ਪਾਠ ਸਾਹਿਬ ਕਰਵਾਵਾਂਗੇ, ਸੱਚੇ ਪਾਤਸ਼ਾਹ ਮਹਾਰਾਜ ਜਦੋਂ ਤੁਹਾਡੇ ਚਰਨ ਪਰਸਾਂਗੇ, ਫਲਾਣੀ ਸੇਵਾ ਕਰਾਂਗੇ ਸੱਚੇ ਪਾਤਸ਼ਾਹ ਜੀ। ਪਰ ਜਦੋਂ ਸਾਧ ਸੰਗਤ ਜੀ ਨੂੰ ਮਿਲ ਜਾਂਦਾ ਨਾ ਕੋਈ ਵਰਦਾਨ ਦਾਤ, ਫਿਰ ਸਾਡੀ ਸਾਰਿਆਂ ਦੀ ਇਹ ਫਿਤਰਤ ਹੈ, ਫਿਰ ਭੁੱਲ ਜਾਈਦਾ, ਕਿਉਂਕਿ ਮਿਲ ਹੀ ਗਿਆ। ਹੁਣ ਫਿਰ ਕਹਿੰਦੇ ਸਾਡੀ ਸਿਆਣਪ ਨਾਲ ਹੋਇਆ। ਉਹ ਜਿਵੇਂ ਕਹਿੰਦੇ ਕੋਈ ਸਾਧ ਸੀ, ਉਹ ਖਜੂਰਾਂ ਲੱਗੀਆਂ ਵੇਖ ਕੇ ਤੇ ਖਜੂਰ ਤੇ ਚੜ੍ਹ ਗਿਆ, ਉੱਚਾ ਚੜ੍ਹ ਗਿਆ, ਖਜੂਰਾਂ ਖਾਂਦਾ ਰਿਹਾ ਖਾਂਦਾ ਰਿਹਾ ਖਾਂਦਾ ਰਿਹਾ। ਫਿਰ ਚੇਤਾ ਆਇਆ ਵੀ ਹੁਣ ਥੱਲੇ ਵੀ ਉਤਰਨਾ। ਪੇਟ ਭਰ ਲਿਆ ਰੱਜ ਕੇ। ਜਦੋਂ ਥੱਲੇ ਉਤਰਨ ਲੱਗਾ, ਹੇਠਾਂ ਵੇਖੇ ਡਰ ਆਵੇ। ਹਵਾ ਨਾਲ ਖਜੂਰ ਦਾ ਦਰਖਤ ਇਹੋ ਜਿਹਾ ਹੀ ਹੁੰਦਾ। ਉਹ ਜਦੋਂ ਹਵਾ ਚੱਲੇ ਦਰਖਤ ਹਿੱਲੇ, ਫਿਰ ਡਰੇ ਤੇ ਹੇਠਾਂ ਵੇਖ ਕੇ ਡਰ ਲੱਗੇ। ਤੇ ਉੱਤੇ ਚੜ੍ਹਿਆ ਹੋਇਆ ਸੁੱਖਦਾ ਖਜੂਰ ਤੇ ਕਹਿੰਦਾ ਹੇ ਪਰਮੇਸ਼ਰ, ਹੇ ਭਗਵਾਨ, ਮਾਰੇ ਸੁੱਖ ਸੁੱਖਾਂ ਨਾਲ ਥੱਲੇ ਪਹੁੰਚ ਜਾਵਾਂ। 100 ਕੰਬਲ ਜਿਹੜਾ ਮੈਂ ਨਾਗਿਆਂ ਨੂੰ ਨਾ, ਠੰਡ ਸੀ ਤੇ ਠੰਡ ਦੇ ਦਿਨਾਂ ਵਿੱਚ ਦਾਨ ਕਰਾਂਗਾ। ਉਤਰਦਾ ਆਇਆ, ਉੱਥੋਂ ਧੀਰਜ ਰੱਖ ਕੇ ਉਤਰਨ ਲੱਗਿਆ ਵੀ ਸੱਟ ਫਿੱਟ ਨਾ ਲੱਗੇ। ਮਹਾਰਾਜ 100 ਕੰਬਲ ਮੈਂ ਦਾਨ ਕਰਾਂਗਾ। ਥੱਲੇ 101 ਕੰਬਲ ਦੀ ਅਰਦਾਸ ਕਰਕੇ ਉਤਰਨਾ ਸ਼ੁਰੂ ਕੀਤਾ, ਅੱਧ 'ਚ ਆ ਗਿਆ। ਜਦੋਂ ਫਿਰ ਥੱਲੇ ਵੇਖਿਆ, ਕਹਿੰਦਾ ਲੈ ਹੁਣ ਤਾਂ ਆ ਹੀ ਗਏ ਆ ਮਹਾਰਾਜ, 50 ਕੁ ਕੰਬਲ ਥੋੜ੍ਹੇ ਆ, ਕਿਤੇ 50 ਕੰਬਲ ਮੈਂ ਜਿਹੜੇ ਉਹ ਦਾਨ ਕਰਾਂਗਾ। ਕੁਝ ਹੋਰ ਥੱਲੇ ਆਇਆ। ਜਦੋਂ ਉਤਰਿਆ ਥੱਲੇ ਤੇ ਫਿਰ ਕਹਿੰਦਾ ਨਹੀਂ ਆਖੇ 50 ਕਿਸੇ ਨੇ ਕੰਬਲ ਕੀ ਕਰਨੇ, 11 ਕੰਬਲ ਥੋੜ੍ਹੇ ਆ। ਉਹ ਇਸ ਤਰ੍ਹਾਂ ਫਿਰ ਗਿਆ। ਜਾ ਕਰਕੇ ਜਦੋਂ ਦੁਕਾਨ ਤੋਂ ਜਾ ਕੇ ਰੇਟ ਪੁੱਛਿਆ ਤੇ ਫਿਰ ਮਨ ਵਿੱਚ ਹੋਰ ਵੀ ਇੰਨੇ ਮਾਇਆ ਇੱਥੇ ਜੂ ਲਾਵਾਂਗੇ, ਕੋਈ ਹੋਰ ਕੰਮ ਕਰ ਲਵਾਂਗੇ। ਕਹਿੰਦੇ ਜੀ ਇੱਕ ਕੰਬਲ ਹੀ ਬਹੁਤ ਹੈ। ਜਿਹੜਾ 101 ਚੜਾਉਣ ਨੂੰ ਫਿਰਦਾ ਸੀ, ਵੰਡਣ ਨੂੰ ਪੁੰਨ ਦਾਨ ਵਜੋਂ, ਤੇ ਇੱਕ ਕੰਬਲ ਲੈ ਕੇ ਤੇ ਕਿਸੇ ਸਾਧੂ ਦੇ ਟਿੱਲੇ ਤੇ ਪਹੁੰਚਿਆ। ਉੱਥੇ ਜਾ ਕੇ ਅਨਾਥ ਆਸ਼ਰਮ ਵਿੱਚ ਪਹੁੰਚਿਆ। ਕੋਈ ਸਾਧੂ ਅਨਾਥ ਆਸ਼ਰਮ ਚਲਾਉਂਦਾ ਸੀ ਤੇ ਅਨਾਥਾਂ ਨੂੰ ਕੰਬਲ ਦੇਣ ਵਾਸਤੇ ਇੱਕ ਕੰਬਲ ਲੈ ਕੇ ਪਹੁੰਚਿਆ। ਉਹ ਮਹਾਂਪੁਰਸ਼ ਸਾਧੂ ਨੂੰ ਆਖੇ, ਕਹਿੰਦਾ ਜੀ ਮੇਰੀ ਅਰਦਾਸ ਕਰੋ, ਮੈਂ ਕੰਬਲ ਲੈ ਕੇ ਆਇਆ। ਉਹ ਕਿਸੇ ਕੰਮ ਵਿੱਚ ਵਿਅਸਤ ਸੀ ਸਾਧੂ। ਉਹ ਕਹਿੰਦਾ ਜਰੀ ਖੜੋ ਥੋੜ੍ਹਾ ਟਾਈਮ ਤੇ ਕਰਦੇ ਅਰਦਾਸ। 2-4 ਮਿੰਟ ਵੇਖਿਆ, ਫਿਰ ਆਖੇ ਜੀ ਆ ਮਹਾਰਾਜ ਅਰਦਾਸ ਕਰੋ, ਮੈਂ ਕੰਬਲ ਲੈ ਕੇ ਆਇਆ ਇੱਥੇ। ਉਹ ਫਿਰ ਸਾਧੂ ਅੱਗੋਂ ਉਹ ਬ੍ਰਹਮ ਗਿਆਨੀ ਜਾਂ ਕੋਈ ਪੁਰਸ਼ ਉਹ ਆਖੇ ਵੀ ਕੁਝ ਸਮਾਂ ਰੁਕੋ ਭਾਈ, ਕਰਦੇ ਹਾਂ ਅਰਦਾਸ। ਤੇ ਫਿਰ ਹਾਰ ਕੇ ਉਹਨੂੰ ਕਹਿੰਦਾ ਮਹਾਰਾਜ ਮੈਂ ਜਦੋਂ ਇਹ ਸੁੱਖੇ ਸੀ ਨਾ, ਭਾਵ ਮੰਨਤਾ ਮੰਨੀ ਸੀ ਵੀ ਮੈਂ ਪਹੁੰਚ ਜਾਵਾਂ ਸੁੱਖ ਸੁੱਖਾਂ ਨਾਲ, 101 ਸੀਗਾ ਤੇ ਇੱਥੇ ਆਉਂਦਿਆਂ ਉਹਦਾ ਇੱਕ ਰਹਿ ਗਿਆ। ਤੇ ਮਨ ਦਾ ਕੀ ਪਤਾ ਵੀ ਹੁਣ ਇੱਕ ਵੀ ਕੱਛੇ ਮਾਰ ਕੇ ਘਰੇ ਲੈ ਜਾਵੇ। ਮਨ ਲੋਭੀ, ਮਨ ਲਾਲਚੀ, ਮਨ ਪਾਪੀ, ਮਨ ਚੋਰ, ਮਨ ਦੇ ਮਗਰ ਨਾ ਲੱਗੀ ਆ ਪਲਕ ਪਲਕ ਮਨ ਹੋਰ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਲੈਣ ਵਾਰੀ ਜਿਹੜਾ ਉਹ ਮਨ ਹੋਰ ਹੁੰਦਾ। ਤੇ ਜਦੋਂ ਮਿਲ ਜਾਂਦੀ ਵਸਤੂ ਫਿਰ ਕੇਤੇ ਲੈ ਲੈ ਮੁੱਕਰ ਪਾਹੇ, ਫਿਰ ਮੁੱਕਰ ਜਾਂਦੇ ਆ। ਪਰ ਇਹ ਬਾਬਾ ਜਾਂ ਭਾਈ ਸਿਧੀ ਚੰਦ ਜਿਹੜਾ ਇਹ ਨਹੀਂ ਮੁੱਕਰਿਆ, ਕਿਉਂਕਿ ਪੂਰਾ ਸੂਰਾ ਸਿੱਖ ਹੈ ਨਾ ਗੁਰੂ ਘਰ ਦਾ। ਸਾਰਾ ਕੁਝ ਮਿਲਣ ਤੋਂ ਬਾਅਦ ਵੀ ਇਹ ਗੁਰੂ ਘਰ ਦੇ ਸਿੱਖ ਦੀ ਸੇਵਾ, ਗੰਗਾ ਰਾਮ ਜੀ ਦੀ ਸੇਵਾ ਵਿੱਚ ਡਟਿਆ ਰਿਹਾ ਹੈ।
ਜਗ ਬੀਤਿਓ ਕੁਛ ਕਾਲ, ਤੇ ਸੇਵਾ ਕਰਦਿਆਂ ਫਿਰ ਕੁਝ ਸਮਾਂ ਹੋਰ ਬਤੀਤ ਹੋਇਆ ਹੈ। ਗਰਭ ਤਰਿਓ ਤਿਹੁ ਪਾਰ ਤੇ ਜਾ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਜਪਤ ਰੱਖੀ ਹੈ, ਮਿਹਰਾਮਤਾਂ ਕੀਤੀਆਂ। ਇਹਦੇ ਘਰ ਵਿੱਚ ਸੁੱਖਾਂ ਦੇ ਖੁਸ਼ੀਆਂ ਦੇ ਦਿਨ ਆਏ ਹਨ। ਉਪਜੀ ਖੁਸ਼ੀ ਵਿਸਾਲੋ, ਇਹਦੇ ਘਰ ਵਿੱਚ ਪੁੱਤਰ ਹੋਣ ਵਾਲਾ ਹੋਇਆ, ਬੜੀ ਖੁਸ਼ੀ ਪੈਦਾ ਹੋਈ ਹੈ ਵੱਡੀ ਹੀ। ਦਸਵੇਂ ਮਾਸ ਪ੍ਰਸੂਤ ਉਹ ਪਾ, ਇਸ ਤਰ੍ਹਾਂ ਜਦੋਂ 10 ਮਹੀਨੇ ਬਾਅਦ ਇਹਦੇ ਘਰ ਵਿੱਚ ਉਸ ਪੁੱਤਰ ਨੇ ਜਨਮ ਲਿਆ ਹੈ, ਜਿਹਦਾ ਵਰਦਾਨ ਵਰ ਜਿਹੜਾ ਹੈ ਬਚਨ ਉਹ ਬਾਬਾ ਗੰਗਾ ਰਾਮ ਜੀਆਂ ਕੀਤੇ ਸੀ। ਮਹਾ ਸਿੱਧ ਬਪ ਜੋਏ, ਕਹਿੰਦੇ ਬਹੁਤ ਮਹਾਂਪੁਰਸ਼ ਸਿੱਧ ਦਾ ਸਰੀਰ ਇਹਦੇ ਘਰ ਪੈਦਾ, ਪੁੱਤਰ ਰੂਪ ਹੋ ਕਰਕੇ ਬੜਾ ਭਾਰੀ ਸਿੱਧ ਪੈਦਾ ਹੋਇਆ ਹੈ। ਜਿਨ ਜਿਨ ਦੇਖਿਓ ਜਾਏ ਤਬ, ਤੇ ਜਿਨ੍ਹਾਂ ਨੇ ਫਿਰ ਉਹ ਜਾਣਿਆ ਸੀ ਨਾ, ਕਿਉਂਕਿ ਬਾਬਾ ਗੰਗਾ ਰਾਮ ਜੀ ਆਖਿਆ ਸੀ ਵੀ ਉਹਦੇ ਵਾਲ ਹੋਣਗੇ ਸਵਾ ਗਿੱਠ, ਚਿੱਟੇ ਕੇਸਾਂ ਵਾਲਾ ਪੈਦਾ ਹੋਵੇਗਾ। ਤੇ ਜਿਨ੍ਹਾਂ ਇਹ ਗੱਲ ਸੁਣੀ ਸੀ ਉਹ ਸਾਰੇ ਹੀ ਵੇਖਣ ਵਾਸਤੇ ਪਹੁੰਚੇ ਆ। ਸਭ ਕੀ ਅਜਰਜ ਹੋਏ, ਤੇ ਵੇਖ ਕੇ ਉਹਦੇ ਸਵਾ ਗਿੱਠ ਲੰਮੇ ਸਾਧ ਸੰਗਤ ਜੀ ਕੇਸ ਚਿੱਟੇ ਵੇਖ ਕੇ ਸਾਰੇ ਬੜੇ ਹੈਰਾਨ ਹੁੰਦੇ ਆ। ਚੋਟੀ ਸਭਾ ਗਿਲਸ਼ਤ ਤੋ ਕੀ, ਸਵਾ ਗਿੱਠ ਚਿੱਟੇ ਸਫੈਦ ਉਹਦੇ ਸਿਰ ਤੇ ਭਾਰੇ ਸੰਘਣੇ ਕੇਸ ਆ ਜੰਮਦੇ ਹੋਏ ਦੇ। ਸੇਤ ਕੇਸ ਇੱਕ ਸਾਰ, ਇੱਕ ਸਾਰ ਕੇਸ ਹਨ, ਜਿਵੇਂ ਕੋਈ ਚੰਗਾ ਬੱਚਾ ਹੁੰਦਾ ਨਾ 5-7 ਸਾਲ ਦਾ, ਇਸ ਤਰ੍ਹਾਂ ਉਹਦੇ ਸਿਰ ਦੇ ਕੇਸ ਹਨ ਸੰਘਣੇ ਇੱਕ ਸਾਰ ਸਫੈਦ ਚਿੱਟੇ। ਅਭੇ ਬੰਦਨ ਸਭ ਹੀ ਕਰਤੋ, ਤੇ ਵੇਖ ਕੇ ਸਭ ਹੈਰਾਨ ਹੁੰਦੇ ਆ। ਇਹ ਬੱਚੇ ਨੂੰ ਸਭ ਜਿਹੜੇ ਵਾ ਵੇਖਣੇ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਪਤਾ ਲੱਗਦਾ ਲੋਕ ਜਾਂਦੇ ਆ, ਦੂਰੋਂ ਇਹਦੇ ਵੇਖਣ ਵਾਸਤੇ ਦਰਸ਼ਨ ਕਰਨ ਵਾਸਤੇ। ਵੀ ਬਾਬਾ ਗੰਗਾ ਰਾਮ ਦੇ ਵਰਦਾਨ ਸਦਕਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਸਿੱਧੀ ਚੰਦ ਦੇ ਘਰ ਪੁੱਤਰ ਪੈਦਾ ਹੋਇਆ ਕਿ ਉਹਦੇ ਸਵਾ ਗਿੱਠ ਲੰਮੇ ਕੇਸ ਹੈ, ਚਿੱਟੇ ਕੇਸਾਂ ਵਾਲਾ ਬੱਚਾ ਜਨਮਿਆ। ਬੜੀ ਦੂਰੋਂ ਸਭ ਵੇਖਣ ਆਉਂਦੇ ਹਨ। ਸੁਣ ਸੁਣ ਜਾਏ ਨਿਹਾਰ, ਤੇ ਸਾਰੇ ਸੁਣ ਕੇ ਵੇਖਣ ਵਾਸਤੇ ਪਹੁੰਚ ਰਹੇ ਹਨ। ਸਿਧੀ ਚੰਦ ਤਬ ਆਏ ਕੈ, ਤੇ ਇਹ ਪੁੱਤਰ ਜਨਮ ਤੋਂ ਬਾਅਦ ਜਿਹੜਾ ਸਿੱਧੀ ਚੰਦ ਹੈ ਉਹ ਫਿਰ ਬਾਬਾ ਗੰਗਾ ਰਾਮ ਦੇ ਪਾਸ ਪਹੁੰਚਿਆ ਹੈ। ਬੰਦਤ ਗੰਗਾ ਰਾਮ, ਤੇ ਗੰਗਾ ਰਾਮ ਜੀ ਦੇ ਚਰਨੀ ਦੋਵੇਂ ਹੱਥ ਜੋੜ ਕੇ ਮੱਥੇ ਟੇਕਦਾ ਹੈ। ਹਰਖਤ ਹੋਏ ਤਬ ਹੀ ਤਰਿਓ, ਤੇ ਹਰਖਤ ਹੋ ਖੁਸ਼ੀ ਮਨ ਵਿੱਚ ਬਹੁਤ ਖੁਸ਼ ਪ੍ਰਸੰਨ ਹੈ ਭਾਈ। ਇਹ ਗੰਗਾ ਜਿਹੜਾ ਹੈ ਸਿੱਧੀ ਚੰਦ ਨਾਵੇਂ, ਮੂਲ ਚੰਦ ਤਿਸ ਨਾਮ, ਤੇ ਖੁਸ਼ੀ ਆਪਦੇ ਪੁੱਤਰ ਦਾ ਨਾਮ ਇਹ ਸਿੱਧੀ ਚੰਦ ਨੇ ਮੂਲ ਚੰਦ ਇਹਦਾ ਨਾਮ ਰੱਖਿਆ ਹੈ। ਅਪਰ ਕਥਾ ਕਹਿ ਲਗ ਕਥੋਂ, ਤੇ ਕਵੀ ਜੀ ਕਹਿੰਦੇ ਹੋਰ ਇਹ ਮੂਲ ਚੰਦ ਨਾਵੇਂ ਬੱਚੇ ਦੀ ਕਿੰਨੀ ਕੁ ਭਾਈ ਅਸੀਂ ਸੋਭਾ ਕਰੀਏ, ਕਿੰਨੀ ਹੋਰ ਕਥਾ ਕਹੀਏ ਜੀ। ਭਇਓ ਸਿੱਧ ਜਗ ਮਾਹੇ, ਇਹ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਬੜਾ ਮਹਾਂਪੁਰਖ ਹੋਇਆ ਹੈ। ਅਜਮਤ ਧਰ ਜੋ ਜਗਤ ਬਹਾ, ਆ ਸਾਰੇ ਸੰਸਾਰ ਵਿੱਚ ਬੜੀ ਅਜਮਤ ਤੇ ਕਰਾਮਾਤ ਦੇ ਸਹਿ ਤੇ ਮੂਲ ਚੰਦ ਨਾਵੇਂ ਮਹਾਂਪੁਰਖ ਹੋਏ ਆ। ਆਨ ਮਾਨ ਤੇ ਤਾਹੇ, ਤੇ ਇਸ ਤਰ੍ਹਾਂ ਸਭ ਸੰਸਾਰ ਇਹਨਾਂ ਨੂੰ ਆਣ ਕੇ ਮੰਨਦਾ ਹੈ, ਸਭ ਇਹਦੇ ਚਰਨੀ ਪੈਂਦਾ ਹੈ। ਕਾਰ ਸੁਧਾ ਸਰ ਕੀ ਕਰੀ, ਤੇ ਫਿਰ ਕਵੀ ਜੀ ਹੁਣ ਸੋਭਾ ਕਰਦੇ ਆ ਅੰਮ੍ਰਿਤਸਰ ਸਰੋਵਰ ਦੀ ਸੇਵਾ ਦੀ ਸੋਭਾ। ਕਵੀ ਜੀ ਕਹਿੰਦੇ ਹੈ ਭਾਈ ਵੇਖੋ ਇਸ ਤਰ੍ਹਾਂ ਹੈ ਵੀ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਜਿਹੜੀ ਪਾਵਨ ਪਵਿੱਤਰ ਸੇਵਾ ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਗੁਰਮੁਖਾਂ ਨੇ ਕੀਤੀ ਹੈ, ਜਿਜ ਬਰ ਗੰਗਾ ਰਾਮ, ਉਹਨਾਂ ਵਿੱਚੋਂ ਇੱਕ ਸ਼੍ਰੇਸ਼ਟ ਬ੍ਰਾਹਮਣ ਗੰਗਾ ਰਾਮ ਜਿਹੜਾ ਇੱਕ ਵਪਾਰੀ ਸੀ ਤੇ ਪੇਟ ਦੀ ਪੂਰਤੀ ਵਾਸਤੇ ਵਪਾਰ ਕਰਨ ਵਾਸਤੇ ਸਤਿਗੁਰਾਂ ਦੇ ਘਰ ਅੰਮ੍ਰਿਤਸਰ ਸਾਹਿਬ ਪਹੁੰਚਿਆ ਸੀ। ਭਇਓ ਸ਼ਕਤ ਧਰ ਅਸ ਬਲੀ, ਪਰ ਵੇਖੋ ਭਾਈ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਪਵਿੱਤਰ ਸੇਵਾ ਐਸੀ ਹੈ, ਸੇਵਾ ਕਰ ਕੇ ਮਹਾਂਪੁਰਖ ਬ੍ਰਹਮ ਗਿਆਨੀ ਹੋਇਆ, ਬੜੇ ਬਲ ਵਾਲਾ ਰਿੱਧੀਆਂ ਸਿੱਧੀਆਂ ਦਾ ਮਾਲਕ ਹੋਇਆ ਹੈ। ਸਿਮਰਤ ਸ਼੍ਰੀ ਸਤਨਾਮ, ਤੇ ਸਦਾ ਇਹ ਵਪਾਰੀ ਸੰਸਾਰੀ ਗੰਗਾ ਰਾਮ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਮਹਾਂਪੁਰਸ਼ ਬਣਿਆ ਹੈ। ਅਬ ਲਗ ਜਗ ਮਹਿ ਬਿਦਤ ਬਹਾ, ਤੇ ਹੁਣ ਤੀਕਰ ਗੰਗਾ ਰਾਮ ਦਾ ਜਿਹੜਾ ਸਥਾਨ ਹੈ ਸੰਸਾਰ ਵਿੱਚ ਪ੍ਰਗਟ ਹੈ ਬੜਾ ਪ੍ਰਤੱਖ ਹੀ। ਨਗਰ ਸੁਨਾਮ ਵਿਸ਼ਾਲ, ਇਹ ਸਾਧ ਸੰਗਤ ਜੀ ਗੰਗਾ ਰਾਮ ਜੀ ਜਿਹੜੇ ਮਹਾਂਪੁਰਸ਼ ਇਹਨਾਂ ਦਾ ਸਥਾਨ ਨਾ ਜਿਹੜਾ ਸੁਨਾਮ ਹੈ, ਭਾਈ ਊਧਮ ਸਿੰਘ ਸ਼ਹੀਦ ਇਹਨਾਂ ਦਾ ਜਿਹੜਾ ਨਗਰ ਹੈ ਸੁਨਾਮ ਆਪਾਂ ਸੁਣਿਆ ਸਾਰਿਆਂ ਨੇ। ਇੱਥੇ ਅਜੇ ਵੀ ਉਹਨਾਂ ਦੀ ਸਮਾਧ ਹੈ ਬਾਬਾ ਗੰਗਾ ਰਾਮ ਜੀ ਦੀ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦੀ ਸਰੋਵਰ ਦੀ ਸੇਵਾ ਕੀਤੀ ਤੇ ਸੇਵਾ ਕਰਕੇ ਮਹਾਨ ਵਰਦਾਨ ਪ੍ਰਾਪਤ ਕੀਤੇ।
ਕਵੀ ਜੀ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਭੁੱਲਿਆ। ਤੇ ਉਹ ਜਿਹੜਾ ਸੁਨਾਮ ਚੰਡੀਗੜ੍ਹ ਇਹ ਇਲਾਕਾ ਖਾਲਸਾ ਜੀ ਬਹੁਤ ਮੰਨਦਾ ਹੈ ਇਸ ਬੁਢਲਾਡਾ ਇਤਿਆਦ ਕੇ ਮਾਨਸਾ। ਇਸ ਇਲਾਕੇ ਵਿੱਚ ਬੜੀ ਮਾਨਤਾ ਹੈ ਇਹ ਬਾਬਾ ਗੰਗਾ ਰਾਮ ਜੀ ਦੇ ਸਥਾਨ ਦੀ। ਉੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪ੍ਰਕਾਸ਼ ਸਨ। ਫਿਰ ਆ ਜਿਹੜੇ ਹੁਣ ਸਤਕਾਰ ਕਮੇਟੀ ਇਤਿਆਦਿਕ ਬਣਾ ਬਣੂ ਕੇ ਕਹਿੰਦੇ ਜੀ ਇੱਥੇ ਅਸੀਂ ਸਰੂਪ ਨਹੀਂ ਰਹਿਣ ਦੇਣਾ। ਉਹ ਸਾਧ ਸੰਗਤ ਜੀ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਫਿਰ ਇਹਨਾਂ ਹਟਾ ਦਿੱਤਾ ਸੀ। ਤੇ ਹੁਣ ਵੀ ਉਹ ਮਰਿਆਦਾ ਉਸੇ ਤਰ੍ਹਾਂ ਪ੍ਰਸ਼ਾਦਾ ਪਾਣੀ ਛਕਦੇ ਛਕਾਉਂਦੇ ਸਾਰੇ ਉੱਥੇ। ਉਹ ਮਰਿਆਦਾ ਸਾਰੀ ਗੁਰੂ ਘਰ ਵਾਲੀ ਹੈ। ਤਾਂ ਅਸੀਂ ਆਪ ਹੀ ਉਹਨਾਂ ਨੂੰ ਸਥਾਨ ਦੇ ਦਿੱਤਾ ਵੀ ਆਖੇ ਜੀ ਇਹ ਗੰਗਾ ਰਾਮ ਹੈ। ਤੇ ਗੁਰੂ ਅਰਜਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਤਾਂ ਸਾਰੇ ਦੇਵ ਤੇ ਰਾਮ ਹੀ ਸਨ। ਪਰ ਇਸ ਤਰ੍ਹਾਂ ਜਿਹੜੀ ਉਹ ਖਟਿਆਈ ਆਪਦੀਆਂ ਕਰਕੇ ਜਾਂ ਆਪਦੇ ਆਪ ਨੂੰ ਵੱਡਾ ਕਹਾਉਣ ਦੇ ਚੱਕਰ ਵਿੱਚ ਉਹ ਐਡਾ ਵੱਡਾ ਮਹਾਤਮ ਵਾਲਾ ਸਥਾਨ ਜਿਹੜਾ ਵੀ ਚਾਹੇ ਉਹ ਸਮਾਧ ਗੰਗਾ ਰਾਮ ਜੀ ਮਹਾਂਪੁਰਸ਼ਾਂ ਦੀ ਆ ਪਰ ਉਹ ਇਤਿਹਾਸ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦਾ ਹੈ ਨਾ। ਤਾਂ ਇਸ ਤਰ੍ਹਾਂ ਉਹ ਫਿਰ ਕਵੀ ਜੀ ਦੱਸ ਰਹੇ ਵੀ ਉਹ ਪ੍ਰਸਿੱਧ ਸਥਾਨ ਹੈ ਸੁਨਾਮ ਦੇ ਵਿੱਚ। ਤੇ ਅਜੇ ਵੀ ਬਾਬਾ ਗੰਗਾ ਰਾਮ ਜੀ ਦਾ ਸਥਾਨ ਉੱਥੇ ਬੜਾ ਪ੍ਰਸਿੱਧ ਮਸ਼ਹੂਰ ਬੜੀ ਮਾਨਤਾ ਵਾਲਾ। ਤਿਸ ਢਿਗ ਪੂਜਾ ਹੋਤ ਹੈ ਤੇ ਉੱਥੇ ਬੜੀ ਭਾਰੀ ਪੂਜਾ ਹੁੰਦੀ ਹੈ। ਮੂਲ ਚੰਦ ਕੀ ਜਾਲ। ਇਹ ਮੂਲ ਚੰਦ ਨੇ ਫਿਰ ਸੇਵਾ ਕੀਤੀ ਸੀ ਗੰਗਾ ਰਾਮ ਦੀ। ਗੰਗਾ ਰਾਮ ਮਹਾਂਪੁਰਸ਼ਾਂ ਦੀ ਸੇਵਾ ਕਰਨ ਕਰਕੇ ਮੂਲ ਚੰਦ ਵੀ ਫਿਰ ਇਹਨਾਂ ਦੋਹਾਂ ਦੀ ਗੰਗਾ ਰਾਮ ਜੀ ਤੇ ਮੂਲ ਚੰਦ ਜੀਆਂ ਦਾ ਸਥਾਨ ਬਣਿਆ ਸੁਨਾਮ। ਇਸ ਥਾਂ ਤੇ ਬੜੀ ਦੋਹਾਂ ਦੀ ਪੂਜਾ ਕੀਤੀ ਜਾਂਦੀ। ਗੰਗਾ ਰਾਮ ਜੀ ਦੇ ਨਾਲ ਇਹਨਾਂ ਦੇ ਸੇਵਕ ਭਾਈ ਮੂਲ ਚੰਦ ਜੀ ਨੂੰ ਵੀ ਪੂਜਿਆ ਜਾਂਦਾ ਹੈ। ਸੰਤਤ ਗੰਗਾ ਰਾਮ ਕੀ। ਤੇ ਜਿਹੜੀ ਸੰਤਾਨ ਹੈ ਨਾ ਗੰਗਾ ਰਾਮ ਬ੍ਰਾਹਮਣ ਦੇ ਅੱਗੇ ਜਿਹੜੇ ਜਿਹੜੇ ਸੰਤਾਨ ਬੱਚੇ ਉਹਨਾਂ ਦਾ ਜਿਹੜਾ ਸ਼ਰੀਕਾ ਕੁੱਲ ਹੈ ਸਾਰੀ ਹੀ ਪੂਜਾ ਧਨ ਸੋ ਲੇਤ। ਕਵੀ ਜੀ ਉਹ ਸਾਰਾ ਨਜ਼ਾਰਾ ਵੇਖ ਕੇ ਆਏ ਹੋਣੇ ਲਿਖ ਰਹੇ ਆ ਵੀ ਉਹ ਸਾਰਾ ਪੂਜਾ ਦਾ ਧਨ ਜਿਹੜਾ ਹੈ ਉੱਥੋਂ ਦਾ ਪ੍ਰਬੰਧ ਸਾਰਾ ਗੰਗਾ ਰਾਮ ਦੀ ਅੰਸ ਬੰਸ ਕੋਲ ਹੈ। ਉਹ ਦੱਸਦੇ ਸਾਧ ਸੰਗਤ ਜੋ ਗੰਗਾ ਰਾਮ ਦਾ ਪਰਿਵਾਰ ਵੀ ਹੁਣ ਉੱਥੇ ਸੁਨਾਮ ਵਿੱਚ ਇੰਨਾ ਵਧਿਆ ਹੋਇਆ ਹੈ। ਸਾਲ ਦੇ ਵਿੱਚ ਇੱਕ ਪਰਿਵਾਰ ਦੀ 2.5 ਦਿਨ ਦੀ ਵਾਰੀ ਆਉਂਦੀ ਹੈ ਵੀ ਸੇਵਾ 2.5 ਦਿਨ ਹੀ ਸੇਵਾ ਮਿਲਦੀ ਹੈ। ਇੰਨਾ ਸੁਨਾਮ ਦੇ ਵਿੱਚ ਗੰਗਾ ਰਾਮ ਦਾ ਪਰਿਵਾਰ ਅੰਸ ਬੰਸ ਵਧੀ ਹੋਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਸੇਵਕਾਂ ਸਿੱਖਾਂ ਦੀ ਸਤਿਗੁਰਾਂ ਦੀ ਦਇਆ ਸਦਕਾ ਇੰਨੀ ਅੰਸ ਬੰਸ ਹੈ ਵੀ 2.5 ਦਿਨ ਸਾਲ ਵਿੱਚ ਮਸਾਂ ਵਾਰੀ ਆਉਂਦੀ ਇੱਕ ਪਰਿਵਾਰ ਦੀ। ਉਹ ਲੰਗਰ ਲਾਉਂਦੇ ਆ ਉਹੀ ਸੇਵਾ 2.5 ਦਿਨ ਕਰਦੇ ਆ ਫਿਰ ਅਗਲੇ ਪਰਿਵਾਰ ਦੀ ਵਾਰੀ ਆ ਜਾਂਦੀ ਸ਼ਰੀਕਾ ਅੱਗੇ ਦੀ ਅੱਗੇ। ਗੰਗਾ ਰਾਮ ਦਾ ਪਰਿਵਾਰ ਵਧਿਆ ਤੋ ਕਵੀ ਜੀ ਕਹਿੰਦੇ ਉਹ ਸਾਰੀ ਉੱਥੋਂ ਦੀ ਸੇਵਾ ਸੰਭਾਲ ਪੂਜਾ ਧਨ ਸਾਂਭਣਾ ਦੇਣਾ ਸਭ ਗੰਗਾ ਰਾਮ ਦਾ ਪਰਿਵਾਰ ਅੱਗੇ ਹੁਣ ਵੀ ਕਰਦਾ ਹੈ। ਸੇਵਤ ਜੋ ਕਰ ਕਾਮਨਾ। ਤੇ ਜਿਹੜੇ ਵੀ ਭਾਈ ਉਹ ਸੇਵਾ ਕਰਦੇ ਉਸ ਸਥਾਨ ਦੀ ਮਨ ਵਿੱਚ ਇੱਛਾ ਰੱਖ ਕਰਕੇ ਉਹ ਸਭ ਦੀਆਂ ਕਾਮਨਾਵਾਂ ਇੱਛਾ ਪੂਰੀਆਂ ਕਰਨ ਵਾਲਾ ਸਥਾਨ ਹੈ। ਸੋ ਪੂਰਨ ਕਰ ਦੇ ਤੋ। ਉਹੀ ਸਥਾਨ ਪੂਰੀ ਕਰਦਾ ਭਾਵ ਸਭ ਦੀਆਂ ਇੱਛਾਵਾਂ ਸਥਾਨ ਤੇ ਪੂਰੀਆਂ ਹੁੰਦੀਆਂ ਹਨ। ਇਤਿਆਦਿਕ ਕੇਤਿਕ ਗਿਨਾ। ਤੋ ਕਵੀ ਜੀ ਕਹਿੰਦੇ ਦੱਸੋ ਸਾਧ ਸੰਗਤ ਜੀ ਇਸ ਤੋਂ ਬਾਅਦ ਗੰਗਾ ਰਾਮ ਮੂਲ ਚੰਦ ਸਿੱਧੀ ਚੰਦ ਤੋਂ ਬਿਨਾ ਹੋਰ ਕਿਹਦੀ ਕਿਹਦੀ ਅਸੀਂ ਗੱਲ ਕਰੀਏ। ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਨਾਤ ਹੈ। ਜਿਉ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ। ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਕੀ ਵਡਿਆਈ ਕਰੀਏ ਖਾਲਸਾ ਜੀ ਮੁੱਕਦੀ ਨਹੀਂ। ਤੇਰੇ ਤਾਰੇ ਨਾ ਗਨਾਤ ਹੈ। ਤਾਰੇ ਸਾਧ ਸੰਗਤ ਜੀ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਨਾਤ ਹੈ। ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਕਿੰਨਿਆਂ ਦੀ ਕਲਿਆਣ ਕੀਤੀ ਉਹਨਾਂ ਦੀ ਕੋਈ ਗਿਣਤੀ ਨਹੀਂ ਕਰਕੇ ਦੱਸ ਸਕਦਾ। ਕਵੀ ਜੀ ਕਹਿੰਦੇ ਹੋਰ ਕਿੰਨਾ ਕਿੰਨਾ ਦੀ ਭਾਈ ਸੋਭਾ ਕਰੀਏ। ਬੜੇ ਸਿੱਖ ਤਾਰੇ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਨੇ। ਕਰਤ ਸੁਧਾ ਸਰਕਾਰ। ਜਿਨ੍ਹਾਂ ਜਿਨ੍ਹਾਂ ਸਰੋਵਰ ਦੀ ਸੇਵਾ ਕੀਤੀ ਭਾਈ ਮੰਝ ਜੀ ਜਿਹੜੇ ਲਾਲਾਂ ਵਾਲੇ ਪੀਰ ਸਖੀ ਸਰਵਰ ਨੂੰ ਮੰਨਣ ਵਾਲੇ ਸੀ। ਭਾਈ ਬਹੋੜਾ ਜੀ ਇਸ ਤੋਂ ਇਲਾਵਾ ਸਾਧ ਸੰਗਤ ਜੀ ਭਾਈ ਬਹਿਲੋ ਜੀ ਵਰਗੇ ਅੱਗੇ ਬੜੇ ਪ੍ਰਸੰਗ ਆਉਣੇ ਹਨ। ਭਾਈ ਭਗਤੂ ਜੀ ਵਰਗੇ ਬਾਬਾ ਆਦਮ ਜੀ ਵਰਗੇ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਬ੍ਰਹਮ ਪਦਵੀਆਂ ਬਖਸ਼ਿਸ਼ ਕੀਤੀਆਂ। ਬੜੀ ਦਇਆ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਦੋਏ ਲੋਕਨ ਕੇ ਸਿੱਖ ਲਹੇ। ਤੇ ਜਿਨ੍ਹਾਂ ਨੇ ਸਰੋਵਰ ਦੀ ਸੇਵਾ ਕੀਤੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਕਰਕੇ ਉਹ ਦੋ ਲੋਕਾਂ ਦੇ ਵਿੱਚ ਸੁੱਖ ਲੈਂਦੇ ਆ। ਉਹਨਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਗੁਰੂ ਅਰਜਨ ਦੇਵ ਮਹਾਰਾਜ ਨੇ ਦੋਵੇਂ ਜਹਾਨ ਹੀ ਉਹਨਾਂ ਦੇ ਸਫਲੇ ਕਰ ਦਿੱਤੇ ਐ। ਸ਼ਕਤੀ ਪਾਏ ਉਦਾਰ। ਤੇ ਨਾਲ ਰਿੱਧੀਆਂ ਸਿੱਧੀਆਂ ਨਿੱਧੀਆਂ ਇਤਿਆਦਿਕ ਬੜੀਆਂ ਵੱਡੀਆਂ ਸ਼ਕਤੀਆਂ ਦੀ ਦਾਤ ਪ੍ਰਾਪਤ ਕੀਤੀ ਹੈ ਭਾਈ ਗੰਗਾ ਰਾਮ ਜੀ ਵਰਗੇ। ਇਸ ਤੋਂ ਇਲਾਵਾ ਕਿੰਨੇ ਸਾਧ ਸੰਗਤ ਜੀ ਭਾਈ ਭਗਤੂ ਜੀ ਵਰਗੇ ਜਿਹੜੇ ਮਾਲਵੇ ਦੇ ਥੰਮ ਹੋਏ ਆ। ਇਹ ਸਾਰੇ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੇਵਾ ਨੇ ਬਣਾਏ ਹੋਏ ਆ।
ਅੰਮ੍ਰਿਤ ਸਰੋਵਰ ਦੀ ਸੇਵਾ ਨੇ ਬਣਾਏ ਹੋਏ ਆ। ਇਹ ਸਾਧ ਸੰਗਤ ਜੀ ਜਿੰਨੇ ਸਿੱਖਾਂ ਦਾ ਆਪਾਂ ਪ੍ਰਸੰਗ ਸੁਣ ਰਹੇ ਹਾਂ, ਇਹ ਸਾਰਾ ਸਾਧ ਸੰਗਤ ਜੀ ਉਹ ਸਿੱਖ ਆ ਜਿਨ੍ਹਾਂ ਨੇ ਗੁਰੂ ਘਰੇ ਟੋਕਰੀਆਂ ਢੋਈਆਂ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਕੀਤੀ ਆ, ਸੰਗਤਾਂ ਦੇ ਜੋੜੇ ਚਾੜੇ ਆ, ਸੰਗਤਾਂ ਦੇ ਜੂਠੇ ਬਾਟੇ ਮਾਂਜੇ ਆ, ਗਰੀਬ ਨਵਾਜ ਦੇ ਘਰ ਵਿੱਚ ਨਾਲੀਆਂ ਸਾਫ਼ ਕੀਤੀਆਂ, ਲੰਗਰ ਪਕਾਇਆ ਜਿਨ੍ਹਾਂ ਮਾਈਆਂ ਭਾਈਆਂ ਨੇ, ਜਿਨ੍ਹਾਂ ਸੱਚੇ ਪਾਤਸ਼ਾਹ ਦੇ ਨਮਣ ਤਾਣ ਧਨ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ, ਉਹਨਾਂ ਦੀ ਕਥਾ ਆਪਾਂ ਸਾਧ ਸੰਗਤ ਜੀ ਸੁਣਦੇ। ਰੋਜ਼ ਇੱਕ ਸਿੱਖ ਦਾ ਪ੍ਰਸੰਗ ਆਉਂਦਾ। ਅੱਗੇ ਮਸੰਦਾਂ ਦੀ ਖੁਟਿਆਈ ਦੀ ਕਥਾ ਆਵੇਗੀ, ਵੀ ਜਿਹੜੇ ਮਸੰਦ ਜਿਹੜੇ ਕਿਵੇਂ ਫਿਰ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਗਾਂਢਾ ਸਾਂਡਾ ਕਰਨ ਲੱਗੇ ਸਨ। ਤਾਂ ਉਹ ਸਾਰਾ ਅਗਲਾ ਜਿਹੜਾ ਰਹਿੰਦਾ ਪ੍ਰਸੰਗ, ਪ੍ਰਿਥੀ ਚੰਦ ਦੀ ਜਿਵੇਂ ਈਰਖਾ ਹੋਣੀ, ਹੋਰ ਬੇਅੰਤ ਤਰ੍ਹਾਂ ਦੇ ਅੱਗੇ ਦੀ ਅੱਗੇ ਜਿਹੜੇ ਪ੍ਰਸੰਗ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ, ਉਹ ਸਾਰੇ ਜਿਹੜਾ ਹੈ ਉਹ ਅੱਗੇ ਆਉਣਗੇ। ਫਿਰ ਜਦੋਂ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਹੋਈ, ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਆਪ ਉੱਥੇ ਟੋਕਰੀ ਢੋਂਦੇ ਰਿਹਾ। ਐਡਾ ਵੱਡਾ ਦਰ ਹੈ ਅੰਮ੍ਰਿਤਸਰ ਸਾਹਿਬ ਦਾ, ਉਹਦਾ ਅੱਗੇ ਪ੍ਰਸੰਗ ਆਵੇਗਾ ਵੀ ਪਰਮੇਸ਼ਰ ਨੇ ਆਪ ਟੋਕਰੀ ਢੋਈ ਆ ਕਰਕੇ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ। ਆਪ ਨਾਰਾਇਣ ਕਲਾ ਧਰ ਜਗ ਮਹਿ ਪਰਵਾਰਿਓ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਆਏ ਆ ਰਾਮ ਪ੍ਰਭੂ ਪਰਮੇਸ਼ਰ ਸੱਚੇ ਪਾਤਸ਼ਾਹ ਦੇ ਦਰ ਘਰ ਵਿੱਚ। ਸੱਚੇ ਪਾਤਸ਼ਾਹ ਜੀਆਂ ਦੀਆਂ ਬੇਅੰਤ ਵਡਿਆਈਆਂ ਆਪਾਂ ਸੁਣੀਆਂ, ਤੋਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਚਰ। ਸੱਚੇ ਸਤਿਗੁਰਾਂ ਦੀ ਪਾਵਨ ਪਵਿੱਤਰ ਜਿਹੜਾ ਹੈ ਆਗਮਨ ਪ੍ਰਕਾਸ਼ ਪੁਰਬਾਂ ਦੇ ਨਿਮਿਤ ਪਈ ਕੱਲ ਰੋਜ਼ ਤੋਂ ਪਾਵਨ ਪਵਿੱਤਰ ਸ਼੍ਰੀ ਅਖੰਡ ਜਾਪ ਆਰੰਭ ਹਨ। ਆਪ ਸਾਰੀਆਂ ਸੰਗਤਾਂ ਪਈ ਨਿਤਾ ਪ੍ਰਤੀ ਹਾਜ਼ਰੀਆਂ ਭਰਦੇ ਹੋ। ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਦੀ ਸੇਵਾ ਕਰ, ਗੁਰਬਾਣੀ ਸੁਣ ਕਰਕੇ ਭਾਈ ਆਪਣਾ ਜਨਮ ਸਫਲਾ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ, ਨਾਮਦਾਨ ਦੀਆਂ ਦਾਤਾਂ ਸਤਿਗੁਰਾਂ ਦੇ ਦਰੋਂ ਕਰੋ ਲੈ ਕਰਕੇ ਜਾਈਏ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤਿਆਦਿਕ ਕੇਤਿਕ ਗਿਨਾ, ਕਰਤ ਸੁਧਾ ਸਰਕਾਰ। ਦੋਏ ਲੋਕਣ ਕੇ ਸੁਖ ਲਹੇ, ਸ਼ਕਤੀ ਪਾਏ ਉਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।